ਲੋਕਾਂ ਦੇ ਦਿਮਾਗ ਦੇ ਵਿੱਚ ਸ਼ਾਇਦ ਇਹ ਆ ਰਿਹਾ ਹੈ ਕਿ ਇਹ ਹਮਾਸ ਵੱਲੋਂ ਕੀਤੀ ਗਈ ਲੜਾਈ ਦੀ ਸ਼ੁਰੂਆਤ ਹੈ, ਜਦ ਕਿ ਲੜਾਈ ਤਾਂ ਇਹ 2006 ਤੋਂ ਹੀ ਚੱਲ ਰਹੀ ਹੈ, ਜਦੋਂ ਇਜ਼ਰਾਈਲ ਫਿਲਿਸਤੀਨ ਦੇ ਇਲਾਕੇ ਗਾਜ਼ਾ ਪੱਟੀ ਦੇ ਉੱਪਰ ਤਸ਼ੱਦਦ ਕਰ ਰਿਹਾ ਹੈ। ਹੁਣ ਇਸ ਲੜਾਈ ਦੇ ਵਿੱਚ ਨਵੀਂ ਗੱਲ ਨਿਕਲ ਕੇ ਆਈ ਹੈ ਕਿ ਇਜ਼ਰਾਈਲ ਵੱਲੋਂ ਵਾਈਟ ਫਾਸਫੋਰਸ ਨਾਮ ਦੇ ਬੰਬ ਸਿੱਟੇ ਗਏ ਨੇ। ਉਹ ਬੰਬ ਇੰਨਾ ਖਤਰਨਾਕ ਹੈ ਕਿ ਵਾਈਟ ਫਾਸਫੋਰਸ ਨੂੰ ਜਦੋਂ ਵੀ ਹਵਾ ਦਾ ਸੰਪਰਕ ਜਾਂ ਆਕਸੀਜਨ ਮਿਲਦੀ ਹੈ ਅੱਗ ਲੱਗ ਜਾਂਦੀ ਹੈ। ਜਦੋਂ ਉਹ ਵਾਈਟ ਫਾਸਫੋਰਸ ਕਿਸੇ ਵਿਅਕਤੀ ਦੀ ਸਕਿਨ ਦੇ ਉੱਤੇ ਗਿਰਦਾ ਹੈ ਤਾਂ ਉਹ ਚਮੜੀ ਨੂੰ ਸਾੜਦਾ ਹੋਇਆ ਹੱਡੀ ਤੱਕ ਪਹੁੰਚ ਜਾਂਦਾ ਹੈ। ਤੇ ਅੱਜ ਤੱਕ ਗਾਜ਼ਾ ਪੱਟੀ ਦੇ ਲੋਕਾਂ ਨੂੰ ਇੱਕ ਓਪਨ 에ਅਰ ਪ੍ਰਿਜ਼ਨ ਦੇ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਲੋਕਾਂ ਦਾ ਪਾਣੀ, ਉਹਨਾਂ ਲੋਕਾਂ ਦੀ ਬਿਜਲੀ, ਉਹਨਾਂ ਲੋਕਾਂ ਦਾ ਭੋਜਨ ਦੀ ਸਪਲਾਈ ਇਜ਼ਰਾਈਲ ਦੇ ਆਪਦੇ ਹੱਥ 'ਚ ਹੈ। ਜਦੋਂ ਇਜ਼ਰਾਈਲ ਨੂੰ ਲੱਗਦਾ ਕਿ ਇਹ ਲੋਕ ਸਾਡੇ ਖਿਲਾਫ ਬੋਲਦੇ ਨੇ, ਉਹ ਸਪਲਾਈ ਨੂੰ ਘਟਾ ਦਿੱਤਾ ਜਾਂਦਾ ਹੈ। ਤਾਂ ਇਸ ਧਰਤੀ ਨੂੰ ਮੁਸਲਮਾਨ ਵੀ ਆਪਣੀ ਪਵਿੱਤਰ ਧਰਤੀ ਮੰਨਦੇ ਨੇ। ਤਿੰਨੋਂ ਧਰਮਾਂ ਦੇ ਲਈ ਇੱਕ ਸਾਂਝੀ ਪਵਿੱਤਰ ਧਰਤੀ ਹੈ। ਇਹਦੇ ਉੱਤੇ ਕਬਜ਼ੇ ਦੇ ਲਈ ਜੋ ਅੱਜ ਇਹ ਝਗੜਾ ਹੈ ਉਹ ਸ਼ੁਰੂ ਹੋਇਆ। ਏਡੀ ਵਿਡੰਬਣਾ ਦੀ ਗੱਲ ਹੈ ਕਿ ਤਿੰਨੋਂ ਧਰਮਾਂ ਦੀ ਇੱਕ ਸਾਂਝ ਵੀ ਆ ਪੁਰਾਣੀ, ਤੇ ਅੱਜ ਉਹੀ ਤਿੰਨੋਂ ਧਰਮ ਜਿਹੜੇ ਆ ਉਹ ਆਪਸ ਦੇ ਵਿੱਚ ਲੜ ਰਹੇ ਨੇ, ਖਹਿਬਾਜ਼ੀ ਹੋ ਰਹੀ। ਲੜਾਈ ਸ਼ੁਰੂਆਤ ਜੋ ਹੈ ਇਹ ਉਸੇ ਸਮੇਂ ਤੋਂ ਹੋ ਜਾਂਦੀ ਹੈ ਜਦੋਂ ਈਸਾਈਆਂ ਵੱਲੋਂ ਯਹੂਦੀਆਂ ਦੇ ਉੱਪਰ ਇਹ ਬਲੇਮ ਲਾਇਆ ਜਾਂਦਾ ਹੈ ਕਿ ਇਹਨਾਂ ਨੇ ਯਿਸੂ ਮਸੀਹ ਦੇ ਸੂਲੀ ਚੜਾਉਣ ਦੇ ਵਿੱਚ ਇੱਕ ਰੋਲ ਅਦਾ ਕੀਤਾ। ਇੱਕ ਜਿਹੜਾ ਇਹ ਕਿਹਾ ਜਾਂਦਾ ਵੀ ਇਜ਼ਰਾਈਲ ਦੇ ਲੋਕ ਜਾਂ ਜੋ ਯਹੂਦੀ ਨੇ ਉਹ ਤਕਨੀਕ ਪੱਖੋਂ ਬਹੁਤ ਅੱਗੇ ਨੇ, ਵੀ ਕੀ ਇਦਾਂ ਹੀ ਹੈ? ਇਹ ਬਿਲਕੁਲ ਸੱਚ ਹੈ ਜੀ। ਜੇ ਇਹ ਜੰਗ ਅੱਗੇ ਵਧਦੀ ਹੈ ਤਾਂ ਇਹ ਸਿਰਫ ਤੇ ਸਿਰਫ ਇਜ਼ਰਾਈਲ ਤੇ ਫਿਲਿਸਤੀਨ ਦੀ ਲੜਾਈ ਨਹੀਂ ਹੋਊਗੀ। ਇਹਦੇ ਪਿੱਛੇ ਦੋ ਧਿਰਾਂ ਹੋਣਗੀਆਂ, ਇੱਕ ਅਮਰੀਕਾ ਦਾ ਧੜਾ ਤੇ ਇੱਕ ਬਹੁਧਰੂਵੀ ਧੜਾ, ਜਿਹਦੇ ਵਿੱਚ ਮਿਡਲ ਈਸਟ ਦੇ ਦੇਸ਼ ਵੀ ਸ਼ਾਮਲ ਨੇ, ਰਸ਼ੀਆ ਵੀ ਸ਼ਾਮਲ ਹੈ ਤੇ ਚੀਨ ਵੀ ਸ਼ਾਮਲ ਹੈ। ਤੇ ਲੜਾਈ ਲੰਬੀ ਲੰਘ ਸਕਦੀ ਹੈ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਜ਼ਰਾਈਲ ਫਲਸਤੀਨ ਦੀ ਜੰਗ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਬਣ ਚੁੱਕੀ ਹੈ। ਇਹ ਮਸਲਾ ਅੱਜ ਦਾ ਨਹੀਂਗਾ, ਇਹ ਬਹੁਤ ਪੁਰਾਣਾ ਮਸਲਾ ਹੈ ਔਰ ਇਹਦੇ ਬਹੁਤ ਸਾਰੇ ਪਹਿਲੂ ਨੇ। ਇਹਦੇ ਵਿੱਚ ਧਰਮ ਦਾ ਵੀ ਪਹਿਲੂ ਹੈ, ਇਹਦੇ ਵਿੱਚ ਜ਼ਮੀਨ ਦਾ ਪਹਿਲੂ ਹੈ, ਇਹਦੇ ਵਿੱਚ ਕੌਮੀਅਤ ਦਾ ਪਹਿਲੂ ਹੈ ਔਰ ਇਹ ਸਾਰੇ ਪਹਿਲੂ ਇੱਕ ਦੂਜੇ ਦੇ ਵਿੱਚ ਇਸ ਤਰੀਕੇ ਨਾਲ ਗੁੰਦੇ ਹੋਏ ਨੇ ਕਿ ਕਈ ਵਾਰ ਜਿਹੜਾ ਫਲਸਤੀਨ ਦਾ ਮਸਲਾ, ਇਜ਼ਰਾਈਲ ਦਾ ਮਸਲਾ, ਉਹ ਸਮਝਣਾ ਔਖਾ ਹੋ ਜਾਂਦਾ ਹੈ। ਆਪਾਂ ਇਸ ਜੰਗ ਬਾਰੇ ਵੀ ਗੱਲਬਾਤ ਕਰਾਂਗੇ, ਇਹਦਾ ਜਿਹੜਾ ਇਤਿਹਾਸਕ ਪਿਛੋਕੜ ਕੀ ਆ ਉਹ ਸਾਰੇ ਕਾਸੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅਮਨ ਵਿਸ਼ਿਸ਼ਟ ਜੀ ਨੇ ਭਵਾਨੀਗੜ੍ਹ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਮਨ ਜੀ, ਆਪਾਂ ਅੱਜ ਤੋਂ ਸ਼ੁਰੂ ਕਰ ਲੈਂਦੇ ਹਾਂ, ਫਿਰ ਇਹਦੇ ਆਪਾਂ ਇਤਿਹਾਸਕ ਪਿਛੋਕੜ ਦੇ ਵਿੱਚ ਵੀ ਜਾਵਾਂਗੇ। ਅੱਜ ਸਥਿਤੀ ਕੀ ਬਣੀ ਹੋਈ ਆ ਜਿਹੜੀ ਫਲਸਤੀਨ ਦੇ ਵਿੱਚ ਜਿਹੜੀਆਂ ਵੱਖ-ਵੱਖ ਕੌਮਤਾਂ, ਵੱਖ-ਵੱਖ ਧਰਮਾਂ ਦੇ ਲੋਕ ਲੜ ਰਹੇ ਨੇ, ਇਹ ਸਾਰਾ ਮਸਲਾ ਕੀ ਹੈ? ਅੱਜ ਕੀ ਸਥਿਤੀ ਹੈ? ਅੱਜ ਦੀ ਸਥਿਤੀ ਇਹ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ 7 ਅਕਤੂਬਰ ਨੂੰ ਹਮਾਸ ਦੇ ਵੱਲੋਂ 5000 ਮਿਜ਼ਾਈਲਾਂ ਇੱਕੋ ਟਾਈਮ ਦੇ ਉੱਤੇ ਇਜ਼ਰਾਈਲ ਤੇ ਛੱਡੀਆਂ ਜਾਂਦੀਆਂ ਨੇ। ਤੇ ਲੋਕਾਂ ਦੇ ਦਿਮਾਗ ਦੇ ਵਿੱਚ ਸ਼ਾਇਦ ਇਹ ਆ ਰਿਹਾ ਹੈ ਕਿ ਇਹ ਹਮਾਸ ਵੱਲੋਂ ਕੀਤੀ ਗਈ ਲੜਾਈ ਦੀ ਸ਼ੁਰੂਆਤ ਹੈ, ਜਦ ਕਿ ਲੜਾਈ ਤਾਂ ਇਹ 2006 ਤੋਂ ਹੀ ਚੱਲ ਰਹੀ ਹੈ, ਜਦੋਂ ਇਜ਼ਰਾਈਲ ਫਿਲਿਸਤੀਨ ਦੇ ਇਲਾਕੇ ਗਾਜ਼ਾ ਪੱਟੀ ਦੇ ਉੱਪਰ ਤਸ਼ੱਦਦ ਕਰ ਰਿਹਾ ਹੈ। ਜਦੋਂ 2006 ਤੋਂ ਲੈ ਕੇ ਅੱਜ ਤੱਕ ਫਿਲਿਸਤੀਨੀ ਔਰ ਇਜ਼ਰਾਈਲੀਆਂ ਵੱਲੋਂ 1.5 ਲੱਖ ਦੇ ਕਰੀਬ ਫਿਲਿਸਤੀਨੀਆਂ ਨੂੰ ਮਾਰ ਦਿੱਤਾ ਗਿਆ, ਜਿਹਦੇ ਵਿੱਚੋਂ ਸਿਰਫ ਤੇ ਸਿਰਫ 33,000 ਤਾਂ ਬੱਚੇ ਨੇ। ਤੇ ਅੱਜ ਤੱਕ ਗਾਜ਼ਾ ਪੱਟੀ ਦੇ ਲੋਕਾਂ ਨੂੰ ਇੱਕ ਓਪਨ 에ਅਰ ਪ੍ਰਿਜ਼ਨ ਦੇ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਲੋਕਾਂ ਦਾ ਪਾਣੀ, ਉਹਨਾਂ ਲੋਕਾਂ ਦੀ ਬਿਜਲੀ, ਉਹਨਾਂ ਲੋਕਾਂ ਦਾ ਭੋਜਨ ਦੀ ਸਪਲਾਈ ਇਜ਼ਰਾਈਲ ਦੇ ਆਪਦੇ ਹੱਥ 'ਚ ਹੈ। ਜਦੋਂ ਇਜ਼ਰਾਈਲ ਨੂੰ ਲੱਗਦਾ ਕਿ ਇਹ ਲੋਕ ਸਾਡੇ ਖਿਲਾਫ ਬੋਲਦੇ ਨੇ, ਉਹ ਸਪਲਾਈ ਨੂੰ ਘਟਾ ਦਿੱਤਾ ਜਾਂਦਾ ਹੈ। ਤੇ ਅੱਜ ਕੀ ਹੋਇਆ? ਅੱਜ ਉਸ ਦਮਨ ਦੀ ਇੱਕ ਪ੍ਰਤੀਕਿਰਿਆ ਆਈ ਹੈ ਹਮਾਸ ਦੇ ਰੂਪ ਦੇ ਵਿੱਚ। ਜਦੋਂ ਦੁਨੀਆ ਹੁਣ ਇੱਕ ਧਰੁਵੀ ਨਹੀਂ ਰਹੀ, ਜਦੋਂ ਫਿਲਿਸਤੀਨੀ ਲੋਕਾਂ ਨੂੰ ਲੱਗਿਆ, ਜਦੋਂ ਹਮਾਸ ਦੇ ਲੋਕਾਂ ਨੂੰ ਲੱਗਿਆ ਕਿ ਸਾਡੇ ਤੋਂ ਜੋ ਦਮਨ ਹੋ ਰਿਹਾ ਹੈ, ਅਸੀਂ ਉਸ ਆਵਾਜ਼ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਈਏ, ਉਹਨਾਂ ਨੇ ਇੱਕ ਵੱਡਾ ਪਟਾਕਾ ਪਾਉਂਦੇ ਹੋਏ 7 ਅਕਤੂਬਰ ਨੂੰ 5000 ਮਿਜ਼ਾਈਲਾਂ ਜੋ ਹੈ ਇਜ਼ਰਾਈਲ ਦੇ ਉੱਪਰ ਛੱਡੀਆਂ ਨੇ ਤੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਰਾਜਨੀਤਿਕ ਖਿੱਤਿਆਂ ਨੂੰ ਮਜਬੂਰ ਕੀਤਾ ਕਿ ਉਹ ਮੁੜ ਕੇ ਫਿਲਿਸਤੀਨ ਤੇ ਇਜ਼ਰਾਈਲ ਦੇ ਮਸਲੇ ਦੇ ਉੱਪਰ ਧਿਆਨ ਕਰਨ। ਤੇ ਇੱਕ ਚੀਜ਼ ਦਾ ਹੋਰ ਵਾਅਦਾ ਕੀਤਾ ਗਿਆ, ਓਪਨ 에ਅਰ ਪ੍ਰਿਜ਼ਨ ਪਿਛਲੇ ਦੇਰ ਤੋਂ ਬਣੀ ਹੋਈ ਹੈ, ਪਿਛਲੇ ਦੇਰ ਤੋਂ ਸਪਲਾਈ ਚੇਨ ਬੰਦ ਹੈ, ਪਿਛਲੇ ਦੇਰ ਤੋਂ ਜੋ ਫਿਲਿਸਤੀਨੀ ਲੋਕ ਨੇ ਉਹਨਾਂ ਦੇ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ। ਹੁਣ ਇਸ ਲੜਾਈ ਦੇ ਵਿੱਚ ਨਵੀਂ ਗੱਲ ਨਿਕਲ ਕੇ ਆਈ ਹੈ ਕਿ ਇਜ਼ਰਾਈਲ ਵੱਲੋਂ ਵਾਈਟ ਫਾਸਫੋਰਸ ਨਾਮ ਦੇ ਬੰਬ ਸਿੱਟੇ ਗਏ ਨੇ।
ਉਹ ਬੰਬ ਇੰਨਾ ਖਤਰਨਾਕ ਹੈ ਕਿ ਵਾਈਟ ਫਾਸਫੋਰਸ ਨੂੰ ਜਦੋਂ ਵੀ ਹਵਾ ਦਾ ਸੰਪਰਕ ਜਾਂ ਆਕਸੀਜਨ ਮਿਲਦੀ ਹੈ ਅੱਗ ਲੱਗ ਜਾਂਦੀ ਹੈ। ਜਦੋਂ ਉਹ ਵਾਈਟ ਫਾਸਫੋਰਸ ਕਿਸੇ ਵਿਅਕਤੀ ਦੀ ਸਕਿਨ ਦੇ ਉੱਤੇ ਗਿਰਦਾ ਹੈ ਤਾਂ ਉਹ ਚਮੜੀ ਨੂੰ ਸਾੜਦਾ ਹੋਇਆ ਹੱਡੀ ਤੱਕ ਪਹੁੰਚ ਜਾਂਦਾ ਹੈ। ਜਦੋਂ ਤੁਸੀਂ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕਰੋਗੇ ਪੱਟੀ ਦੇ ਨਾਲ, ਜਦੋਂ ਪੱਟੀ ਖੁੱਲੂਗੀ ਹਵਾ ਦਾ ਸੰਪਰਕ ਜਾਂ ਆਕਸੀਜਨ ਦਾ ਸੰਪਰਕ ਆਊਗਾ, ਮੁੜ ਕੇ ਉਹਨੇ ਫੇਰ ਅੱਗ ਲੱਗਣੀ ਸ਼ੁਰੂ ਹੋ ਜਾਣੀ ਹੈ। ਤਾਂ ਉਹ ਲੋਕ, ਉਹ ਫਿਲਿਸਤੀਨ ਦੇ ਲੋਕ ਜੋ ਪਿਛਲੇ ਹਫ਼ਤੇ ਤੋਂ ਇਸ ਹਮਲਿਆਂ ਦੀ ਤਸ਼ੱਦਦ ਚੱਲ ਰਹੇ ਨੇ, ਤੇ ਫਿਲਿਸਤੀਨ ਦਾ ਜੋ ਉੱਥੇ ਹਸਪਤਾਲ ਇੱਕੋ ਇੱਕ ਇਕਲੌਤਾ ਹਸਪਤਾਲ ਬਚਿਆ ਹੈ ਅਲ ਸਫਾ, ਉਸ ਦੇ ਬਾਹਰ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ। ਇਸ ਤੋਂ ਪਹਿਲਾਂ ਕਿ ਲੋਕ ਜਾਣ ਲਾਸ਼ਾਂ ਦੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਨੂੰ ਪਛਾਣਨ, ਨਵੀਆਂ ਲਾਸ਼ਾਂ ਦਾ ਢੇਰ ਹੋਰ ਆ ਜਾਂਦਾ ਹੈ। ਤੇ ਉੱਤੋਂ ਪਿਛਲੇ ਹਫ਼ਤੇ ਤੋਂ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ ਘੇਰਾਬੰਦੀ ਕਰਕੇ ਉੱਥੇ ਖਾਣਾ, ਪਾਣੀ ਤੇ ਬਿਜਲੀ ਦੀ ਸਪਲਾਈ ਬੰਦ ਕਰ ਰੱਖੀ ਹੈ, ਤੇ ਉਹ ਲੋਕ ਪਿਆਸੇ ਭੁੱਖੇ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਦਰ-ਬਦਰ ਭਟਕ ਰਹੇ ਨੇ। ਇਹ ਕਿਹਾ ਜਾਂਦਾ ਹੈ ਕਿ ਫਲਸਤੀਨ ਇੱਕ ਪਹਿਲਾਂ ਇੱਕ ਦੇਸ਼ ਸੀਗਾ, ਠੀਕ ਆ, ਫਲਸਤੀਨ ਦੇ ਲੋਕ ਜਿਹੜਾ ਉੱਤੇ ਵਸਦੇ ਸੀਗੇ, ਬਾਅਦ ਦੇ ਵਿੱਚ ਯਹੂਦੀ ਆਉਂਦੇ ਆ, ਇਸਰਾਇਲ ਦੀ ਸਥਾਪਨਾ ਕਰਦੇ ਆ, ਤੇ ਜਿਹੜੇ ਉਹਨਾਂ ਨੂੰ ਗਾਜ਼ਾ ਪੱਟੀ ਵੱਲ ਨੂੰ ਜਿਹੜਾ ਛੋਟੇ ਜਿਹੇ ਖਿੱਤੇ ਵਿੱਚ 23 ਲੱਖ ਲਗਭਗ ਦੇ ਲੋਕਾਂ ਨੂੰ ਉਹ ਧੱਕ ਦਿੱਤਾ ਜਾਂਦਾ। ਸਥਿਤੀ ਬਣੀ ਕਿਵੇਂ, ਇਹ ਜੰਗ ਦਾ ਅਖਾੜਾ ਕਿਉਂ ਬਣ ਗਿਆ, ਇਹਦੇ ਵਿੱਚ ਧਰਮਾਂ ਦੀ ਲੜਾਈ ਕਿਵੇਂ ਬਣ ਗਈ, ਜ਼ਮੀਨ ਦੀ ਲੜਾਈ ਕਿਵੇਂ ਬਣ ਗਈ, ਉਸ ਇਤਿਹਾਸ ਤੇ ਜ਼ਰੂਰ ਚਾਨਣਾ ਪਾਓ। ਸਭ ਤੋਂ ਪਹਿਲਾਂ ਗੱਲ ਕਰੀਏ ਅਸੀਂ ਜ਼ਮੀਨ ਦੀ ਲੜਾਈ, ਕਿਉਂਕਿ ਸਭ ਤੋਂ ਪਹਿਲਾਂ ਇਸ ਲੜਾਈ ਦਾ ਜੋ ਵੱਡਾ ਕਾਰਨ ਹੈ ਉਹ ਇੱਕ ਧਾਰਮਿਕ ਪੱਖ ਹੈ। ਅਸੀਂ ਇੱਕ ਸਿੰਪਲ ਜੇ ਫਲਸਫੇ ਤੋਂ ਗੱਲ ਕਰਦੇ ਹਾਂ, ਧਰਮ ਦੇ ਫਲਸਫੇ ਦੀ। ਭਾਰਤ ਦੇ ਵਿੱਚ ਦੋ ਧਰਮ ਨੇ, ਹਿੰਦੂ ਤੇ ਸਿੱਖ। ਇਹਨਾਂ ਧਰਮਾਂ ਦੀ ਫਿਲਾਸਫੀ ਕੀ ਹੈ? ਇਹਨਾਂ ਧਰਮਾਂ ਦੀ ਫਿਲਾਸਫੀ ਚੱਕਰਾਕਾਰ ਹੈ, ਇੱਕ ਚੱਕਰ ਦੀ ਤਰ੍ਹਾਂ ਹੈ। ਇਹ ਮੰਨਦੇ ਨੇ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਉਸ ਦੀ ਜੋ ਆਤਮਾ ਹੈ ਸਰੀਰ ਚੋਂ ਨਿਕਲ ਕੇ ਕਿਸੇ ਹੋਰ ਜੀਵ 'ਚ ਜਾਂਦੀ ਹੈ, ਤੇ ਸਰੀਰ ਨਾਸ਼ਵਾਨ ਹੈ, ਉਹਨੂੰ ਜਲਾ ਦਿਓ, ਉਹਨੂੰ ਰੱਖਣ ਦਾ ਕੋਈ ਫਾਇਦਾ ਨਹੀਂ। ਪਰ ਜੋ ਇਹ ਧਰਮ ਨੇ, ਚਾਹੇ ਉਹ ਯਹੂਦੀ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਮੁਸਲਿਮ ਨੇ, ਉਹਨਾਂ ਦੀ ਜੋ ਧਾਰਮਿਕ ਫਿਲਾਸਫੀ ਹੈ ਇੱਕ ਸਟ੍ਰੇਟ ਲਾਈਨ 'ਚ ਚੱਲਦੀ ਹੈ। ਉਹ ਕਹਿੰਦੇ ਬੰਦੇ ਨੇ ਜਨਮ ਲਿਆ, ਜਦੋਂ ਉਸ ਦੀ ਮ੍ਰਿਤਿੂ ਹੋਈ, ਉਹਦੀ ਆਤਮਾ ਕਿਸੇ ਹੋਰ ਸਰੀਰ 'ਚ ਨਹੀਂ ਜਾਊਗੀ, ਉਸ ਨੂੰ ਦਫਨਾ ਦਿੱਤਾ ਜਾਵੇ, ਉਹ ਰੈਸਟ ਇਨ ਪੀਸ ਕਰੇ। ਜਿੱਦਣ ਤੱਕ ਕਿਆਮਤ ਦਾ ਦਿਨ ਨਹੀਂ ਆਉਂਦਾ ਉਦੋਂ ਤੱਕ ਉਹ ਇਸ ਰੈਸਟ ਇਨ ਪੀਸ ਕਰੇ। ਤੇ ਉਹ ਕਿਆਮਤ ਦਾ ਦਿਨ ਜਿਹੜੀ ਜਗ੍ਹਾ ਤੇ ਆਉਣਾ ਹੈ ਉਹ ਜਰੂਸਲੇਮ ਦਾ ਉਹ 2 ਏਕੜ ਦਾ ਮੰਦਿਰ ਹੈ। ਉਹ ਤਿੰਨੋਂ ਧਰਮ ਇਹ ਮੰਨਦੇ ਨੇ ਕਿ ਇਸ ਮੰਦਿਰ ਦੇ ਵਿੱਚ ਹੀ ਕਿਸੇ ਦਿਨ ਈਸਾ, ਮੂਸਾ ਤੇ ਮੁਹੰਮਦ ਆਉਣਗੇ। ਉਸੇ ਦਿਨ ਸਾਰਿਆਂ ਦੇ ਕਰਮਾਂ ਦਾ ਜੋ ਨਵੇੜਾ ਹੋਊਗਾ, ਉਸੇ ਦਿਨ ਤੈਅ ਹੋਊਗਾ ਕਿ ਕੌਣ ਜੰਨਤ 'ਚ ਜਾਊਗਾ, ਕੌਣ ਜਹੰਨਮ 'ਚ ਜਾਊਗਾ। ਉਦੋਂ ਤੱਕ ਸਾਰੇ ਮੁਰਦੇ ਆਪਣੀ ਕਬਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਰਹਿ ਰਹੇ ਨੇ। ਉਸ ਖਿੱਤੇ ਦੇ ਉੱਪਰ, ਉਸ ਮੰਦਿਰ ਦੇ ਉੱਪਰ ਜੋ ਵਰਚਸਪ ਹੈ, ਅਧਿਕਾਰ ਦੀ ਇਹ ਲੜਾਈ ਹੈ, ਇਹ ਇਹਨਾਂ ਦਾ ਧਾਰਮਿਕ ਪੱਖ ਹੈ। ਮੈਂ ਤੁਹਾਨੂੰ ਥੋੜਾ ਟੋਕ ਰਿਹਾ ਤੇ ਆਪਾਂ ਗੱਲ ਕਰਾਂਗੇ। ਕਿੱਡੀ ਵਿਡੰਬਣਾ ਦੀ ਗੱਲ ਹੈ ਕਿ ਤਿੰਨੋਂ ਧਰਮਾਂ ਦੀ ਇੱਕ ਸਾਂਝ ਵੀ ਹੈ ਪੁਰਾਣੀ, ਤੇ ਅੱਜ ਉਹੀ ਤਿੰਨੋਂ ਧਰਮ ਜਿਹੜੇ ਆ ਉਹ ਆਪਸ ਦੇ ਵਿੱਚ ਲੜ ਰਹੇ ਨੇ, ਖਹਿਬਾਜ਼ੀ ਹੋ ਰਹੀ ਹੈ। ਬਿਲਕੁਲ ਜੀ, ਇਹਨਾਂ ਤਿੰਨੋਂ ਧਰਮਾਂ ਦੀ ਜੋ ਪੁਰਾਣੇ ਪੈਗੰਬਰ ਨੇ, ਜਿਸ ਤਰ੍ਹਾਂ ਕਿ ਇਬਰਾਹਿਮ ਨੂੰ ਆਪਣਾ ਇਹ ਪੁਰਾਣਾ ਪੈਗੰਬਰ ਮੰਨਦੀ ਹੈ, ਤੇ ਸਾਂਝ ਇਸ ਤਰ੍ਹਾਂ ਹੈ ਕਿ ਇਹਨਾਂ ਤਿੰਨੋਂ ਧਰਮਾਂ ਦੇ ਜੋ ਪਵਿੱਤਰ ਧਾਰਮਿਕ ਸਥਾਨ ਨੇ ਉਸ ਮੰਦਿਰ ਦੇ ਅੰਦਰ ਮੌਜੂਦ ਨੇ। ਸੰਖੇਪ ਦੇ ਵਿੱਚ ਉਹਨਾਂ ਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਯਹੂਦੀਆਂ ਨੇ ਇਹ ਗੱਲ ਕਹੀ ਕਿ ਇਸ ਮੰਦਿਰ ਦੇ ਵਿੱਚ ਜਦੋਂ ਧਰਤੀ ਦੀ ਸ਼ੁਰੂਆਤ ਹੋ ਰਹੀ ਸੀ, ਪ੍ਰਮਾਤਮਾ ਨੇ ਆਦਮ ਤੇ ਹਵਾ ਦੀ ਸ਼ੁਰੂਆਤ, ਉਹਨਾਂ ਨੂੰ ਬਣਾਉਣ ਦੇ ਲਈ ਜੋ ਮਿੱਟੀ ਚੱਕੀ ਉਹ ਇਸ ਮੰਦਿਰ ਦੇ ਵਿੱਚੋਂ ਲਈ। ਮੰਦਿਰ ਦਾ ਨਾਮ ਵੀ ਥੋੜਾ ਜ਼ਿਕਰ ਕਰ। ਮੰਦਿਰ ਦਾ ਨਾਮ ਹੈ ਜੀ, ਉਹਦੇ ਮੰਦਿਰ ਦੇ ਵੱਖਰੇ ਵੱਖਰੇ ਨਾਮ ਵੱਖਰੇ ਵੱਖਰੇ ਧਰਮਾਂ ਵੱਲੋਂ ਰੱਖੇ ਗਏ ਨੇ। ਜਿਸ ਤਰ੍ਹਾਂ ਕਿ ਮੁਸਲਿਮ ਇਹਨੂੰ ਅਲ ਅਸਕਾ ਮਸਜਿਦ ਆਖਦੇ ਨੇ, ਜਿਸ ਤਰ੍ਹਾਂ ਕਿ ਯਹੂਦੀ ਇਹਨੂੰ ਵੈਸਟਰਨ ਵਾਲ ਕਹਿੰਦੇ ਨੇ, ਜਿਸ ਤਰ੍ਹਾਂ ਕਿ ਜੋ ਸਾਡੇ ਈਸਾਈ ਨੇ ਉਹ ਇਹਨੂੰ ਟੌਂਬ ਆਫ ਰੌਕ ਕਹਿੰਦੇ ਨੇ। ਇਹ ਮਤਲਬ ਤਿੰਨੋਂ ਧਰਮਾਂ ਦੀ ਇੱਕ ਵੱਖਰੇ ਵੱਖਰੇ ਨਾਮ ਉਸ ਜਗ੍ਹਾ ਨੂੰ ਦਿੱਤੇ ਗਏ ਨੇ। ਤੇ ਜਿਸ ਤਰ੍ਹਾਂ ਕਿ ਯਹੂਦੀਆਂ ਦਾ ਇੱਕ ਸਾਡੇ ਪੈਗੰਬਰ ਸੀ ਇਬਰਾਹਿਮ, ਉਹਨਾਂ ਦੀ ਮਾਨਤਾ ਜੁੜੀ ਹੋਈ ਹੈ ਕਿ ਇਬਰਾਹਿਮ ਨੂੰ ਇੱਕ ਦਿਨ ਸੁਪਨੇ ਦੇ ਵਿੱਚ ਪ੍ਰਮਾਤਮਾ ਨੇ ਕਿਹਾ ਕਿ ਤੂੰ ਜਾ ਕੇ ਆਪਣੇ ਪੁੱਤਰ ਇਜ਼ਾਕ ਦੀ ਬਲੀ ਦੇ। ਤਾਂ ਇਬਰਾਹਿਮ ਮੈਸੋਪੋਟਾਮੀਆ ਤੋਂ ਚੱਲਦੇ ਨੇ, ਪਰਮਾਤਮਾ ਦੀ ਦੱਸੀ ਹੋਈ ਉਸ ਪਵਿੱਤਰ ਜਗ੍ਹਾ ਤੇ ਜਿਸ ਨੂੰ ਜਰੂਸਲਮ ਦਾ ਮੰਦਿਰ ਕਿਹਾ ਜਾਂਦਾ, ਪਹੁੰਚਦੇ ਨੇ। ਤੇ ਜਦੋਂ ਉਹ ਆਪਣੇ ਪੁੱਤਰ ਇਜ਼ਾਕ ਦੀ ਬਲੀ ਦੇਣ ਲੱਗਦੇ ਨੇ, ਇੱਕ ਪਰਮਾਤਮਾ ਵੱਲੋਂ ਭੇਜਿਆ ਹੋਇਆ ਫਰਿਸ਼ਤਾ ਆਉਂਦਾ ਹੈ, ਉਹ ਇਬਰਾਹਿਮ ਨੂੰ ਰੋਕਦਾ ਕਿ ਅਸੀਂ ਤੇਰੇ ਡੈਡੀਕੇਸ਼ਨ ਤੋਂ ਖੁਸ਼ ਹਾਂ, ਤੈਨੂੰ ਆਪਣੇ ਬੱਚੇ ਦੀ ਬਲੀ ਦੇਣ ਦੀ ਲੋੜ ਨਹੀਂ। ਉਹਦੀ ਜਗ੍ਹਾ ਤੇ ਇੱਕ ਭੇਡੂ ਦੀ ਬਲੀ ਦਿੱਤੀ ਜਾਂਦੀ ਹੈ। ਉਸ ਇਜ਼ਾਕ ਜੋ ਬੱਚੇ ਦੀ ਬਲੀ ਦਿੱਤੀ ਜਾਣੀ ਸੀ, ਉਹਦਾ ਪੁੱਤਰ ਜਨਮ ਲੈਂਦਾ, ਉਹਦਾ ਨਾਮ ਹੈ ਇਜ਼ਰਾਈਲ। ਉਸ ਇਜ਼ਰਾਈਲ ਦੇ ਅੱਗੇ 12 ਪੁੱਤਰ ਹੁੰਦੇ ਨੇ। ਉਹ 12 ਪੁੱਤਰਾਂ ਤੋਂ 12 ਕਬੀਲੇ ਬਣਦੇ ਨੇ ਜੋ ਅੱਜ ਦੇ ਯਹੂਦੀ ਨੇ। ਤਾਂ ਯਹੂਦੀ ਉਸ ਏਰੀਏ ਨੂੰ ਪ੍ਰਮਾਤਮਾ ਦੀ ਧਰਤੀ ਆਖਦੇ ਨੇ, ਆਪਣੀ ਪਵਿੱਤਰ ਧਰਤੀ ਆਖਦੇ ਨੇ। ਉਸ ਤੋਂ ਬਾਅਦ ਇਹਨਾਂ ਯਹੂਦੀ ਕਬੀਲਿਆਂ ਦੇ ਵਿੱਚੋਂ ਹੀ ਇੱਕ ਪਰਿਵਾਰ ਦੇ ਵਿੱਚੋਂ ਜਨਮ ਹੁੰਦਾ ਹੈ ਯਿਸੂ ਮਸੀਹ ਦਾ।
ਯਿਸੂ ਮਸੀਹ ਇੱਕ ਯਹੂਦੀ ਹੈ, ਜਰੂਸਲਮ ਦੇ ਏਰੀਏ 'ਚ ਪੈਦਾ ਹੋਇਆ। ਉੱਥੇ ਹੀ ਉਹਨੇ ਧਾਰਮਿਕ ਆਪਣੀਆਂ ਗਤੀਵਿਧੀਆਂ ਕੀਤੀਆਂ। ਉੱਥੇ ਹੀ ਉਸਨੇ ਆਪਣੇ ਜੋ ਨਵੇਂ ਵਿਸ਼ਵਾਸ ਸੀ ਉਹ ਲੋਕਾਂ ਤੱਕ ਪਹੁੰਚਾਏ। ਉੱਥੋਂ ਦੇ ਲੋਕਾਂ ਨੇ ਹੀ ਉਹਨੂੰ ਯਹੂਦੀ ਧਰਮ ਦੇ ਵਿੱਚ, ਜਿਸ ਤਰ੍ਹਾਂ ਕਿ ਸਭ ਤੋਂ ਵੱਡਾ ਰੁਤਬਾ ਰੱਬੀ ਹੁੰਦਾ ਹੈ, ਤਾਂ ਯਿਸੂ ਮਸੀਹ ਨੂੰ ਰੱਬੀ ਦਾ ਰੁਤਬਾ ਦਿੱਤਾ ਗਿਆ। ਤੇ ਜਦੋਂ ਯਿਸੂ ਮਸੀਹ ਉਸ ਯਹੂਦੀ ਮੰਦਿਰ ਦੇ ਵਿੱਚ ਪ੍ਰਾਰਥਨਾ ਕਰਨ ਵਾਸਤੇ ਪਹੁੰਚਦਾ ਹੈ, ਤਾਂ ਉਹਨੂੰ ਉੱਥੋਂ ਦੇ ਆਰਥੋਡਾਕਸ ਜਾਂ ਜਿਹੜੇ ਪੁਰਾਣੇ ਪੁਜਾਰੀ ਸੀ ਜਾਂ ਉਸ ਸਮੇਂ ਦੇ, ਉਹਨਾਂ ਤੋਂ ਰੋਕਿਆ ਗਿਆ। ਤੇ ਯਿਸੂ ਮਸੀਹ ਉਹਨਾਂ ਦੇ ਰੋਕਣ ਦੇ ਬਾਵਜੂਦ ਉੱਥੇ ਜੋ ਸਫਾਈ ਦੀ ਗੈਰ ਪ੍ਰਬੰਧਨ ਸੀਗੇ, ਉੱਥੇ ਭੇਡ ਬੱਕਰੀਆਂ ਘੋੜੇ ਬੰਨੇ ਹੋਏ ਸੀ, ਉਹਨਾਂ ਨੂੰ ਬਾਹਰ ਕੱਢ ਕੇ ਮੰਦਿਰ ਦੀ ਸਫਾਈ ਕਰਦਾ। ਤੇ ਯਹੂਦੀ ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਨੂੰ ਪੰਚਾਇਤ ਦੇ ਵਿੱਚ, ਰਾਜੇ ਦੀ ਪੰਚਾਇਤ 'ਚ ਲੈ ਕੇ ਜਾਂਦੇ ਨੇ, ਉਸ ਨੂੰ ਦੋਸ਼ੀ ਗਰਦਾਨਦੇ ਨੇ। ਤੇ ਉਸ ਦੋਸ਼ੀ ਗਰਦਾਨ ਤੋਂ ਬਾਅਦ ਯਿਸੂ ਨੂੰ ਇਸੇ ਜਗ੍ਹਾ ਤੇ ਸੂਲੀ ਤੇ ਜਿਹੜਾ ਹੈਗਾ ਜਾ ਚੜ੍ਹਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ। ਤੇ ਈਸਾਈ ਲੋਕ ਮੰਨਦੇ ਨੇ ਕਿ ਯਿਸੂ ਮਸੀਹ ਨੇ ਇਸੇ ਜਗ੍ਹਾ ਤੇ ਆਪਣੀ ਸੂਲੀ ਤੋਂ ਇੱਕ ਦਿਨ ਪਹਿਲਾਂ ਲਾਸਟ ਸਬਰ ਕੀਤਾ ਸੀ ਤੇ ਇੱਥੇ ਹੀ ਉਹਨੂੰ ਦਫਨਾਇਆ ਗਿਆ ਸੀ। ਤੇ ਇਸੇ ਜਗ੍ਹਾ ਤੇ ਯਿਸੂ ਮਸੀਹ ਮੁੜ ਕੇ ਡੂਮਸ ਡੇ ਵਾਲੇ ਦਿਨ, ਕਿਆਮਤ ਕੇ ਦਿਨ ਇੱਥੇ ਆਊਗਾ ਤੇ ਇੱਥੋਂ ਹੀ ਅਮਲਾਂ ਦੇ ਨਵੇੜੇ ਹੋਣਗੇ। ਉਸ ਤੋਂ ਬਾਅਦ ਜੋ ਮੁਸਲਿਮ ਧਰਮ ਹੈ, ਜਿਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ, ਇਹ ਕਿਹਾ ਜਾਂਦਾ ਹੈ ਕਿ 621 AD ਦੇ ਵਿੱਚ ਉਹਨਾਂ ਨੂੰ ਰਾਤ ਨੂੰ ਇੱਕ ਸੁਪਨਾ ਆਇਆ। ਪਰਮਾਤਮਾ ਨੇ ਉਹਨਾਂ ਨੂੰ ਸੱਦਾ ਭੇਜਿਆ ਕਿ ਤੂੰ ਮੇਰੀ ਉਸ ਪਵਿੱਤਰ ਧਰਤੀ ਤੇ ਪਹੁੰਚ। ਤਾਂ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਇਸ ਪਵਿੱਤਰ ਧਰਤੀ ਤੇ ਪਹੁੰਚਦੇ ਨੇ। ਪਹੁੰਚਣ ਤੋਂ ਬਾਅਦ ਉਹ ਉੱਥੇ ਇੱਕ ਨਮਾਜ਼ ਅਦਾ ਕਰਦੇ ਨੇ ਜਾਂ ਰੱਬ ਦੀ ਪ੍ਰਾਰਥਨਾ ਕਰਦੇ ਨੇ। ਉਸ ਜਗ੍ਹਾ ਤੇ ਬਣੀ ਹੋਈ ਮਸਜਿਦ ਨੂੰ ਅਲ ਅਸਕਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਪ੍ਰਮਾਤਮਾ ਦੇ ਕਹੇ ਅਨੁਸਾਰ ਉਹ ਕੁਝ ਕਦਮ ਅੱਗੇ ਚੱਲਦੇ ਨੇ, ਇੱਕ ਚਟਾਨ ਤੇ ਚੜ੍ਹਦੇ ਨੇ। ਉੱਥੋਂ ਹੀ ਉਹਨਾਂ ਦਾ ਜੋ ਘੋੜਾ ਹੈ ਉਹ ਜੰਨਤ ਵੱਲ ਜਾਂਦਾ ਹੈ। ਪ੍ਰਮਾਤਮਾ ਉਹਨਾਂ ਨੂੰ ਗਿਆਨ ਦਿੰਦਾ ਹੈ ਕਿ ਕਿਸ ਤਰ੍ਹਾਂ 5 ਟਾਈਮ ਨਮਾਜ਼ ਪੜ੍ਹਨੀ ਹੈ, ਕੀ ਮੁਸਲਿਮ ਧਰਮ ਚਲਾਉਣ ਦੇ ਨਿਯਮ ਹੋਣਗੇ। ਉਸੇ ਰਸਤੇ ਉਹ ਵਾਪਸ ਆਉਂਦੇ ਨੇ। ਤਾਂ ਇਸ ਧਰਤੀ ਨੂੰ ਮੁਸਲਮਾਨ ਵੀ ਆਪਣੀ ਪਵਿੱਤਰ ਧਰਤੀ ਮੰਨਦੇ ਨੇ। ਤਿੰਨੋਂ ਧਰਮਾਂ ਦੇ ਲਈ ਇੱਕ ਸਾਂਝੀ ਪਵਿੱਤਰ ਧਰਤੀ ਹੈ। ਇਹਦੇ ਉੱਤੇ ਕਬਜ਼ੇ ਦੇ ਲਈ ਜੋ ਅੱਜ ਇਹ ਝਗੜਾ ਹੈ ਉਹ ਸ਼ੁਰੂ ਹੋਇਆ। ਫਿਰ ਇਹ ਝਗੜਾ ਕਿਵੇਂ ਸ਼ੁਰੂ ਹੁੰਦਾ ਹੈ? ਜਦੋਂ ਤਿੰਨੋਂ ਧਰਮਾਂ ਦੇ ਇੱਥੋਂ ਜਿਹੜਾ ਉਹ ਬਹੁਤ ਇੰਪੋਰਟੈਂਟ ਨੇ, ਲੋਕ ਮੰਨਦੇ ਨੇ, ਲੋਕਾਂ ਦੀ ਮਾਨਤਾ ਹੈ ਉਸ ਜਗ੍ਹਾ ਤੇ। ਫਿਰ ਇਹ ਤਿੰਨ ਕਲੇਮ ਦੀ ਲੜਾਈ ਹੈ ਉਸ ਜਗ੍ਹਾ ਦੀ, ਜਾਂ ਲੜਾਈ ਦੇ ਹੋਰ ਕਿਹੜੇ ਪਹਿਲੂ ਨੇ? ਕਿਵੇਂ ਸ਼ੁਰੂ ਹੁੰਦੀ ਹੈ ਲੜਾਈ? ਲੜਾਈ ਸ਼ੁਰੂਆਤ ਜੋ ਹੈ ਇਹ ਉਸੇ ਸਮੇਂ ਤੋਂ ਹੋ ਜਾਂਦੀ ਹੈ ਜਦੋਂ ਈਸਾਈਆਂ ਵੱਲੋਂ ਯਹੂਦੀਆਂ ਦੇ ਉੱਪਰ ਇਹ ਬਲੇਮ ਲਾਇਆ ਜਾਂਦਾ ਹੈ ਕਿ ਇਹਨਾਂ ਨੇ ਯਿਸੂ ਮਸੀਹ ਦੇ ਸੂਲੀ ਚੜਾਉਣ ਦੇ ਵਿੱਚ ਇੱਕ ਰੋਲ ਅਦਾ ਕੀਤਾ। ਤਾਂ ਰੋਮਨ ਕਿੰਗ ਜੋ ਹੈ ਕੌਂਸਟੈਂਟਾਈਨ ਆਫ ਦਾ ਗ੍ਰੇਟ, ਜਦੋਂ ਰੋਮਨ ਦਾ ਰਾਜਾ ਈਸਾਈ ਧਰਮ ਨੂੰ ਅਪਣਾਉਂਦਾ ਹੈ, ਉਹ ਈਸਾਈ ਧਰਮ ਨੂੰ ਅਪਣਾਉਂਦੇ ਹੋਏ ਰੋਮ ਦੇ ਵਿੱਚੋਂ ਯਹੂਦੀਆਂ ਨੂੰ ਬਾਹਰ ਕੱਢ ਦਿੰਦਾ ਹੈ। ਇਸੇ ਤਰ੍ਹਾਂ ਬੇਬੀਲੋਨ ਵਾਲਿਆਂ ਵੱਲੋਂ ਜਾਂ ਹੋਰ ਰਾਜਿਆਂ ਵੱਲੋਂ ਯਹੂਦੀਆਂ ਦੇ ਬਣਾਏ ਗਿਆ ਫਸਟ ਟੈਂਪਲ ਤੇ ਸੈਕਿੰਡ ਟੈਂਪਲ ਤੋੜ ਦਿੱਤਾ ਜਾਂਦਾ ਹੈ। ਯਹੂਦੀ ਫਲਸਤੀਨ ਦੇ ਇਸ ਏਰੀਏ 'ਚੋਂ, ਜੋ ਜਰੂਸਲਮ ਦਾ ਏਰੀਆ ਹੈ, ਉਸ ਤੋਂ ਵਿਸਥਾਪਿਤ ਹੋ ਕੇ ਪੂਰੀ ਦੁਨੀਆ ਦੇ ਵਿੱਚ ਖਿੰਡ ਜਾਂਦੇ ਨੇ। ਪਰ ਉਹਨਾਂ ਨੂੰ ਇਹਨਾਂ ਯਹੂਦੀ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਉਂਦਾ ਹੈ। ਇੱਕ ਜਦੋਂ ਮੁਸਲਮਾਨ ਅਰਬ ਸ਼ਾਸਕਾਂ ਦਾ ਰਾਜ ਆਉਂਦਾ ਹੈ, ਜਿਸ ਨੂੰ ਅਸੀਂ ਆਟੋਨੋਮਨ ਐਮਪਾਇਰ ਕਹਿੰਦੇ ਆ, ਉਹ ਯਹੂਦੀਆਂ ਨੂੰ ਇੱਥੇ ਰਹਿਣ ਦੀ ਜਗ੍ਹਾ ਦਿੰਦੇ ਨੇ। ਉਹ ਇੱਥੇ ਪੂਜਾ ਅਰਚਨਾ ਕਰਨ ਦੀ ਉਹਨਾਂ ਨੂੰ ਪਰਮਿਸ਼ਨ ਦਿੰਦੇ ਨੇ ਜਰੂਸਲਮ ਦੇ ਵਿੱਚ। ਮਤਲਬ ਇੱਕ ਮੁਸਲਮਾਨ ਜਿਨ੍ਹਾਂ ਦੇ ਖਿਲਾਫ ਅੱਜ ਇਹਨਾਂ ਨੇ ਇੱਕ ਲੜਾਈ ਦਾ ਆਗਾਜ਼ ਕੀਤਾ ਹੈ, ਉਸੇ ਸਾਮਰਾਜ, ਉਸੇ ਧਰਮ ਦੇ ਖਿੱਤੇ ਦੇ ਜੋ ਸ਼ਾਸਕ ਸੀ, ਉਹਨਾਂ ਨੇ ਇਹਨਾਂ ਨੂੰ ਸ਼ਾਂਤੀ ਨਾਲ ਵਧਣ ਫੁੱਲਣ ਤੇ ਬਸਣ ਦੀ ਜਗ੍ਹਾ ਦਿੱਤੀ। ਆਟੋਨੋਮਸ ਜੋ ਰਾਜ ਸੀ ਉਹਦਾ ਸ਼ਾਸਨ ਚੱਲਦਾ ਹੈ ਜੀ 1916 ਤੱਕ, ਜਦੋਂ ਤੱਕ ਪਹਿਲਾ ਵਿਸ਼ਵ ਯੁੱਧ ਖਤਮ ਨਹੀਂ ਹੁੰਦਾ। ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੁੰਦਾ ਹੈ, ਫਰਾਂਸ ਅਤੇ ਇੰਗਲੈਂਡ ਆਟੋਨੋਮਸ ਐਮਪਾਇਰ ਨੂੰ ਤੋੜ ਕੇ ਉਹਦੇ ਟੋਟੇ ਕਰ ਦਿੰਦੇ ਨੇ। ਤੇ ਇਹਦੇ ਨਾਲ ਹੀ ਉਹਦੇ ਟੋਟੇ ਕਰਨ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਅਰਬ ਸਾਮਰਾਜ ਦੇ ਜੋ ਵਿਦਰੋਹੀ, ਉਹਦੇ ਵਿਰੋਧੀ ਜੋ ਹੈਗੇ ਨੇ, ਐਂਟੀ ਅਰਬ ਜੋ ਕਬੀਲੇ ਨੇ, ਉਹਨਾਂ ਨੂੰ ਉਹ ਸ਼ਹਿ ਵੀ ਦਿੰਦੇ ਨੇ। ਕਹਿੰਦੇ ਨੇ ਕਿ ਤੁਸੀਂ ਸਾਡਾ ਸਾਥ ਦਿਓ ਆਟੋਨੋਮਸ ਸਾਮਰਾਜ ਨੂੰ ਖਤਮ ਕਰਨ ਦੇ ਵਿੱਚ। ਜਦੋਂ ਇਹ ਲੜਾਈ ਖਤਮ ਹੋਊਗੀ, ਇਹ ਅਰਬ ਸਾਮਰਾਜ ਤੁਹਾਨੂੰ ਸੌਂਪ ਦਿੱਤਾ ਜਾਊਗਾ। ਪਰ ਜਿਸ ਤਰ੍ਹਾਂ ਕਿ ਅੰਗਰੇਜ਼ਾਂ ਦੀ ਜਾਂ ਇੰਗਲੈਂਡ ਦੀ ਇਹ ਨੀਤੀ ਰਹੀ ਹੈ ਧੋਖਾ ਦੇਣਾ, ਉਹਨਾਂ ਨੇ ਉਹਨਾਂ ਐਂਟੀ ਅਰਬ ਕਬੀਲਿਆਂ ਨੂੰ ਵੀ ਧੋਖਾ ਦਿੱਤਾ। ਬਜਾਏ ਇਹਦੇ ਕਿ ਉਹ ਅਰਬ ਸਾਮਰਾਜ ਉਹਨਾਂ ਨੂੰ ਦਿੱਤਾ ਜਾਂਦਾ, ਇੱਕ ਜਨਮ ਦਿਨ ਵਾਲੇ ਕੇਕ ਦੀ ਤਰ੍ਹਾਂ ਉਹਦੇ ਟੋਟੇ ਕਰ ਕਰਕੇ ਆਪਣੇ ਕੋਲੇ ਰੱਖ ਲਏ। ਤੇ ਇਸ ਤੋਂ ਬਾਅਦ ਜੋ ਇੰਗਲੈਂਡ ਦੀ ਇੱਕ ਨੀਤੀ ਰਹੀ ਹੈ, ਪਾੜੋ ਤੇ ਰਾਜ ਕਰੋ, ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਨਫ਼ਰਤ ਦੇ ਬੀਜ ਬੀਜੇ। ਸ਼ਾਂਤੀ ਨਾਲ ਰਹਿ ਰਹੇ ਅਰਬੀ ਲੋਕਾਂ ਦੇ ਦੇਸ਼ ਦੇ ਵਿੱਚ ਇਜ਼ਰਾਈਲੀਆਂ ਨੂੰ ਵਸਣ ਦਾ ਸੱਦਾ ਦੇਤਾ।
ਤੇ ਇੱਕ ਨਫ਼ਰਤ ਦਾ ਬੀਜ ਬੋਤਾ ਵੀ ਇਹ ਦੋ ਕਮਿਊਨਿਟੀਆਂ ਆਪਸ ਦੇ ਵਿੱਚ ਲੜਦੀਆਂ ਰਹਿਣਗੀਆਂ ਤੇ ਸਾਡਾ ਵਰਚਸਵ ਇਸ ਇਲਾਕੇ 'ਚ ਬਣਿਆ ਰਹੂਗਾ। ਤਾਂ ਜੋ ਇਹ ਅੱਜ ਦਾ ਝਗੜਾ ਹੈ ਇਹਦੀ ਮੂਲ ਜੋ ਸ਼ੁਰੂਆਤ ਹੈ ਉਹ ਇੰਗਲੈਂਡ ਤੇ ਫਰਾਂਸ ਵਰਗੇ ਸਾਮਰਾਜੀ ਦੇਸ਼ਾਂ ਨੇ 1920 ਦੇ ਵਿੱਚ ਰੱਖ ਦਿੱਤੀ ਸੀ, ਜਿਹਨੂੰ ਪੂਰਾ ਕਰਨ ਦਾ ਕੰਮ ਕੌਣ ਕਰਦਾ ਹੈ? ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ UNO ਦੀ ਸਥਾਪਨਾ ਹੁੰਦੀ ਹੈ, ਇੰਗਲੈਂਡ ਭਾਰਤ ਵਰਗੇ, ਕੈਨੇਡਾ ਵਰਗੇ, ਆਸਟ੍ਰੇਲੀਆ ਵਰਗੀਆਂ ਕਲੋਨੀਆਂ ਨੂੰ ਛੱਡ ਦਿੰਦਾ ਹੈ, ਤਾਂ ਉਹ ਇਸ ਕਲੋਨੀ ਨੂੰ ਵੀ ਜਿਹਨੂੰ ਫਿਲਿਸਤੀਨ ਕਹਿੰਦੇ ਛੱਡ ਦਿੰਦਾ ਹੈ, ਕਿਉਂਕਿ ਉਹਦੇ ਕੋਲ ਇੰਨਾ ਪੈਸਾ ਨਹੀਂ ਕਿ ਇਹਨੂੰ ਸਾਂਭ ਸਕੇ। ਉਹ UNO ਨੂੰ ਫੜਾ ਦਿੰਦਾ ਹੈ ਫਿਲਿਸਤੀਨ ਦਾ, ਜੋ ਤੁਸੀਂ ਕਰਨਾ ਹੈ ਕਰੋ, ਨਹੀਂ ਕਰਨਾ ਨਾ ਕਰੋ। ਤਾਂ UNO ਜੋ ਹੈ ਉਹ ਫਿਲਿਸਤੀਨ ਦੇ ਦੋ ਟੋਟੇ ਕਰਕੇ ਇੱਕ ਟੋਟਾ ਇਜ਼ਰਾਈਲ ਤੇ ਇੱਕ ਟੋਟਾ ਫਿਲਿਸਤੀਨ ਬਣਾ ਦਿੰਦਾ ਹੈ। ਇਜ਼ਰਾਈਲ ਵਾਲਿਆਂ ਨੂੰ ਦਿੱਤਾ ਜਾਂਦਾ ਹੈ 55% ਥਾਂ, ਫਿਲਿਸਤੀਨ ਵਾਲਿਆਂ ਨੂੰ ਦਿੱਤੀ ਜਾਂਦੀ ਹੈ 44% ਥਾਂ। ਜੋ 1% ਥਾਂ ਜਰੂਸਲਮ ਮੰਦਰ ਦੀ ਹੈ ਉਹ UNO ਦੇ ਕੰਟਰੋਲ ਦੇ ਵਿੱਚ ਰਹਿੰਦੀ ਹੈ, ਉਹ ਸਾਂਝੀ ਰਹਿੰਦੀ ਹੈ। ਪਰ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਨੇ ਅਰਬੀ ਲੋਕ, ਫਿਲਿਸਤੀਨੀ ਲੋਕ। ਉਹ ਕਹਿੰਦੇ ਵੀ ਇਹਨਾਂ ਯਹੂਦੀਆਂ ਨੂੰ ਜਗ੍ਹਾ ਦਿੱਤੀ ਜਾਵੇ ਜਿੱਥੋਂ ਇਹਨਾਂ ਨੂੰ ਭਜਾਇਆ ਗਿਆ। ਇਹਨਾਂ ਨੂੰ ਜਰਮਨ ਦੇ ਵਿੱਚ ਹਿਟਲਰ ਨੇ ਭਜਾਇਆ, ਇਹਨਾਂ ਨੂੰ ਸਨਮਾਨਜਨਕ ਤਰੀਕੇ ਨਾਲ ਜਰਮਨੀ ਦੇ ਵਿੱਚ ਹੀ ਰਹਿਣ ਦੀ ਥਾਂ ਦਿੱਤੀ ਜਾਵੇ, ਉੱਥੇ ਹੀ ਇਹ ਸਨਮਾਨਪੂਰਵਕ ਵਾਪਸ ਜਾਣ, ਆਪਣੀ ਮੁੜ ਵਸੇਵਾਂ ਕਰਨ, ਇਹ ਆਪਣੇ ਜਰੂਸਲਮ ਮੰਦਰ 'ਚ ਆਉਣ, ਇਹਨਾਂ ਨੂੰ ਕੋਈ ਨਹੀਂ ਰੋਕੂਗਾ। ਪਰ ਫਿਲਿਸਤੀਨ ਦੇ ਵਿੱਚ ਇਹਨਾਂ ਨੂੰ ਰਹਿਣ ਦੀ ਜਗ੍ਹਾ ਨਾ ਦਿੱਤੀ ਜਾਵੇ। ਪਰ ਉਹਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਦੇ ਹੋਏ ਜਦੋਂ ਇਜ਼ਰਾਈਲ ਨੂੰ ਧੱਕੇ ਨਾਲ ਇੱਥੇ ਪਹੁੰਚਾਇਆ ਜਾਂਦਾ ਹੈ ਤਾਂ ਅਰਬ ਦੇਸ਼ ਇਕੱਠੇ ਹੋ ਕੇ ਇਜ਼ਰਾਈਲ ਦੇ ਉੱਪਰ ਹਮਲਾ ਕਰਦੇ ਆ 1948 ਦੇ ਵਿੱਚ। ਤਾਂ ਇਜ਼ਰਾਈਲ ਉਸ ਹਮਲੇ ਦਾ ਜਵਾਬ ਦਿੰਦਾ ਹੈ। ਇਕੱਲਾ ਇਜ਼ਰਾਈਲ ਨਹੀਂ, ਇਜ਼ਰਾਈਲ ਦੇ ਪਿੱਛੇ ਜੋ ਸਾਮਰਾਜੀ ਤਾਕਤਾਂ ਨੇ, ਇੰਗਲੈਂਡ ਸੀ ਉਸ ਸਮੇਂ, ਫਰਾਂਸ ਸੀ ਜਾਂ ਉਹਦੇ ਜੋ ਸਾਥੀ ਸੀ, ਇਜ਼ਰਾਈਲ ਦੀ ਹਾਰ ਇਕੱਲੀ ਇਜ਼ਰਾਈਲ ਦੀ ਹਾਰ ਨਹੀਂ ਸੀ ਹੋਣੀ। ਉਹ ਹਾਰ ਉਹਨਾਂ ਸਾਰੇ ਸਾਮਰਾਜੀ ਤਾਕਤਾਂ ਦੀ ਸੀ। ਉਹਨਾਂ ਤਾਕਤਾਂ ਨੇ ਇਕੱਠੇ ਹੋ ਕੇ ਇਜ਼ਰਾਈਲ ਨੂੰ ਜਿਤਾਇਆ ਤੇ ਜੋ ਇਲਾਕਾ 55% ਸੀ ਉਦੋਂ ਵੱਧ ਕੇ ਇਜ਼ਰਾਈਲ ਨੇ ਹੋਰ ਕਬਜ਼ਾ ਕਰਿਆ। ਉਹਦੇ ਕੋਲ 78% ਇਲਾਕਾ ਮਿਲ ਗਿਆ ਤੇ 7 ਲੱਖ ਫਿਲਿਸਤੀਨ ਲੋਕਾਂ ਨੂੰ ਬੇਘਰ ਹੋ ਕੇ ਸੀਰੀਆ, ਜੋਰਡਾਨ, ਲਿਬਨਾਨ ਵਰਗੇ ਦੇਸ਼ਾਂ 'ਚ ਸ਼ਰਨਾਰਥੀਆਂ ਦੇ ਤੌਰ ਜਾਣਾ ਪਿਆ। ਤੇ ਇਹ ਜਿਹੜੀ ਲੜਾਈ ਹੈ, ਇਸ ਤੋਂ ਬਾਅਦ ਦੋ ਲੜਾਈਆਂ ਹੁੰਦੀਆਂ ਨੇ 63 ਤੇ 73 ਦੀ। ਉਹਦੇ ਵਿੱਚ ਵੀ ਜੋ ਅਰਬ ਨੇ ਉਹ ਹਾਰਦੇ ਨੇ, ਜੋ ਇਜ਼ਰਾਈਲੀ ਨੇ ਉਹ ਜਿੱਤਦੇ ਨੇ। ਜਦੋਂ ਇਜ਼ਰਾਈਲ ਜਿੱਤਦਾ ਓਨੀ ਵਾਰ ਉਹ ਫਿਲਿਸਤੀਨ ਦੇ ਇਲਾਕੇ ਨੂੰ ਦਬਦਾ ਰਹਿੰਦਾ। ਇੱਕ ਜਿਹੜਾ ਇਹ ਕਿਹਾ ਜਾਂਦਾ ਵੀ ਇਜ਼ਰਾਈਲ ਦੇ ਲੋਕ ਜਾਂ ਜੋ ਯਹੂਦੀ ਨੇ ਉਹ ਤਕਨੀਕ ਪੱਖੋਂ ਬਹੁਤ ਅੱਗੇ ਨੇ, ਵੀ ਕੀ ਇਦਾਂ ਹੀ ਹੈ? ਇਹ ਬਿਲਕੁਲ ਸੱਚ ਹੈ ਜੀ। ਇਹ ਯਹੂਦੀ ਅਸੀਂ ਗੱਲ ਕਰਦੇ ਹਾਂ, ਜੋ 12 ਕਬੀਲਿਆਂ ਦੇ ਵਿੱਚੋਂ ਯਹੂਦੀ ਨਿਕਲੇ ਨੇ, ਉਹਨਾਂ 12 ਕਬੀਲਿਆਂ ਦਾ ਇਹ ਮੰਨਿਆ ਜਾਂਦਾ ਹੈ ਦੁਨੀਆ ਦੇ ਵਿੱਚ ਉਹਨਾਂ ਦਾ ਬੈਂਕਿੰਗ ਦੇ ਫਾਈਨਾਂਸ ਸੈਕਟਰ ਦੇ ਵਿੱਚ ਪੂਰਾ ਅਧਿਕਾਰ ਹੈ। ਪੂਰੀ ਦੁਨੀਆ ਦੇ ਵਿੱਚ ਜਿੰਨੇ ਬੈਂਕ ਨੇ, ਜਿੰਨੇ ਨੋਟ ਛਪਦੇ ਨੇ, ਜਿੰਨੀ ਕਰੰਸੀ ਹੈ ਜਾਂ ਜਿੰਨੇ ਵੀ ਕੋਈ ਵੱਡੀਆਂ ਟ੍ਰਾਂਜੈਕਸ਼ਨਾਂ ਹੁੰਦੀਆਂ ਨੇ, ਉਹ ਇਹਨਾਂ ਯਹੂਦੀ ਪਰਿਵਾਰਾਂ ਦੇ ਅਧਿਕਾਰ ਹੇਠ ਨੇ। ਇਹ 1 ਰੁਪਏ ਤੋਂ 100 ਰੁਪਿਆ ਸ਼ਾਮ ਤੱਕ ਕਿਵੇਂ ਬਣਾਉਣਾ ਹੈ ਇਹ ਬਖੂਬੀ ਜਾਣਦੇ ਨੇ, ਇਹ ਉਹ ਕਲਾ ਜਾਣਦੇ ਨੇ, ਖਾਸੀਅਤ ਹੈ ਇਸ ਕੌਮ ਦੀ। ਤਾਂ ਉਹ ਬਣੇ ਹੋਏ ਪੈਸੇ ਦੇ ਨਾਲ ਫਿਰ ਹਥਿਆਰ ਖਰੀਦਦੇ ਨੇ। ਉਸ ਹਥਿਆਰਾਂ ਦੇ ਨਾਲ ਫਿਰ ਵੱਖਰੇ ਦੇਸ਼ਾਂ 'ਚ ਜਦੋਂ ਕੋਈ ਸਰਕਾਰ ਬਣਦੀ ਹੈ ਉਹਨੂੰ ਫੰਡਿੰਗ ਕਰਦੇ ਨੇ, ਆਪਣੀ ਮਰਜ਼ੀ ਦੀਆਂ, ਆਪਣੀ ਕਠਪੁਤਲੀ ਦੀਆਂ ਮਰਜ਼ੀ ਦੀਆਂ ਸਰਕਾਰਾਂ ਬਣਾਉਂਦੇ ਨੇ ਤੇ ਉਹਨਾਂ ਸਰਕਾਰਾਂ ਦੇ ਰਾਹੀਂ ਵੱਖਰੇ ਦੇਸ਼ਾਂ 'ਚ ਯੁੱਧ ਕਰਵਾਉਂਦੇ ਨੇ। ਉਹਨਾਂ ਯੁੱਧ ਦੇ ਦੋਨੇ ਧਿਰਾਂ ਨੂੰ ਆਪਣੇ ਹਥਿਆਰ ਵੇਚਦੇ ਨੇ ਤੇ ਉਹਨਾਂ ਹਥਿਆਰ ਵੇਚ ਕੇ ਆਪਣੇ ਹੋਰ ਪੈਸੇ ਬਣਾਉਂਦੇ ਆ। ਜੰਗ ਨਾਲ ਕਿਸੇ ਦਾ ਕੋਈ ਫਾਇਦਾ ਤਾਂ ਨਹੀਂ ਹੋਣ ਲੱਗਾ, ਪਰ ਜਦੋਂ ਆਪਾਂ ਦੇਖਦੇ ਹਾਂ ਕਿ ਇਜ਼ਰਾਈਲੀਆਂ ਨੂੰ ਵੀ, ਯਹੂਦੀਆਂ ਨੂੰ ਵੀ, ਹੈ ਨਾ, ਜਰਮਨੀ ਦੇ ਵਿੱਚ ਜੋ ਕੁਛ ਉਹਨਾਂ ਨਾਲ ਹੋਇਆ, ਜੋ ਹੋਲੋਕਾਸਟ ਹੋਇਆ, ਉਹਨਾਂ ਨੂੰ ਮਾਰਿਆ ਗਿਆ, ਇਜ਼ਰਾਈਲੀਆਂ ਦਾ ਵੀ ਤਾਂ ਹੱਕ ਬਣਦਾ ਵੀ ਉਹਨਾਂ ਦੀ ਕੋਈ ਜ਼ਮੀਨ ਹੋਵੇ, ਉਹ ਆਪਦੇ ਧਰਮ ਦਾ ਪ੍ਰਚਾਰ ਕਰ ਸਕਣ, ਉਹ ਵੀ ਜਿਉਂ ਸਕਣ। ਇਜ਼ਰਾਈਲੀਆਂ ਦਾ ਹੱਕ ਬਾਰੇ ਕਿਉਂ ਨਹੀਂ ਗੱਲ ਹੋ ਰਹੀ? ਸਾਰੇ ਇੱਦਾਂ ਕਿਉਂ ਕਹਿ ਰਹੇ ਵੀ ਫਲਸਤੀਨ ਨੇ ਠੀਕ ਕੀਤਾ ਜਾਂ ਸਿਰਫ ਫਲਸਤੀਨੀਆਂ ਨੂੰ ਹੀ ਜਿਹੜਾ ਰਹਿਣ ਦਾ ਉਹ ਹੱਕ ਹੈ? ਬਿਲਕੁਲ, ਲੰਬੇ ਸਮੇਂ ਤੱਕ ਇਜ਼ਰਾਈਲੀਆਂ ਦੇ ਉੱਪਰ ਜੋ ਹੈ ਉਹ ਦਮਨ ਹੋਇਆ ਹੈ, ਉਹਨਾਂ ਨੂੰ ਆਪਣੇ ਦੇਸ਼ ਤੋਂ ਬਾਹਰ ਨਿਕਲਣਾ ਪਿਆ। ਪਰ ਇਹ ਕਿਤੇ ਵੀ ਇਹ ਜਾਇਜ਼ ਨਹੀਂ ਹੈ ਕਿ ਜਦੋਂ ਤੁਹਾਡਾ ਮੁੜ ਵਸੇਵਾ ਕਰਿਆ ਜਾਵੇ ਤੁਸੀਂ ਕਿਸੇ ਦਾ ਘਰ ਉਜਾੜ ਕੇ ਵਸੇਵਾ ਕਰੋ। UNO ਨੇ ਜਦੋਂ ਇਜ਼ਰਾਈਲ ਨੂੰ 55% ਥਾਂ ਦਿੱਤੀ ਹੈ, ਉਹਨੂੰ ਅਜਿਹੇ ਇਲਾਕੇ ਵੀ ਦਿੱਤੇ ਜਿੱਥੇ ਇੱਕ ਵੀ ਯਹੂਦੀ ਨਹੀਂ। ਉਹਨਾਂ ਦੀ ਜਨਸੰਖਿਆ ਤੋਂ ਤਿੱਗਣੀ ਉਹਨਾਂ ਨੂੰ ਜ਼ਮੀਨ ਦਿੱਤੀ ਗਈ, ਉਹਨਾਂ ਇਲਾਕਾ ਵੱਧ ਦਿੱਤਾ ਗਿਆ। ਚੰਗਾ ਹੁੰਦਾ ਜੇ ਇਜ਼ਰਾਈਲ ਓਨੀ ਕੁ ਜ਼ਮੀਨ ਦੇ ਨਾਲ ਸਬਰ ਕਰਦਾ, ਉਹਨੂੰ ਉੱਥੇ ਡਿਵੈਲਪਮੈਂਟ ਕਰਦਾ, ਉਸ ਧਰਤੀ ਨੂੰ ਸਵਰਗ ਬਣਾਉਂਦਾ। ਬਜਾਏ ਉਸ ਧਰਤੀ ਨੂੰ ਸਵਰਗ ਬਣਾਉਣ ਦੇ ਉਸਨੇ ਆਪਣੀ ਸਾਮਰਾਜੀ ਸੋਚ ਨੂੰ ਕਾਇਮ ਰੱਖਿਆ। ਉਹਨੇ ਫਿਲਿਸਤੀਨ ਦੇ ਉਹ ਇਲਾਕੇ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜੋ ਕਿ UNO ਦੇ ਰੈਜੂਲੇਸ਼ਨ ਦੇ ਮੁਤਾਬਕ ਸਿਰਫ ਫਿਲਿਸਤੀਨ ਦੇ ਸੀ, ਤੇ ਦੱਬਣ ਦੀ ਵੀ ਕੋਸ਼ਿਸ਼ ਕੋਈ ਧਕੇਲਣਾ ਨਹੀਂ, ਲੋਕਾਂ ਨੂੰ ਸਰਿਆ ਮਾਰਨਾ,
ਤੇ ਇੱਕ ਪਾਸੇ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਹਥਿਆਰ ਰੱਖਣ ਦੀ ਕੋਈ ਪਰਮਿਸ਼ਨ ਨਹੀਂ, ਜਿਨ੍ਹਾਂ ਨੂੰ ਫੌਜ ਬਣਾਉਣ ਦੀ ਕੋਈ ਪਰਮਿਸ਼ਨ ਨਹੀਂ, ਤੇ ਇਜ਼ਰਾਈਲ ਦੁਨੀਆ ਦੀ ਚੌਥੇ ਨੰਬਰ ਦੀ ਇੱਕ ਸਭ ਤੋਂ ਤਕੜੀ ਸੈਨਾ ਹੈ। ਉਹਨਾਂ ਕੋਲ ਤਕੜਾ ਡਿਫੈਂਸ ਸਿਸਟਮ ਹੈ, ਲੇਟੈਸਟ ਹਥਿਆਰ ਨੇ। ਲੇਟੈਸਟ ਹਥਿਆਰਾਂ ਦੇ ਨਾਲ ਉਹ ਜਦੋਂ ਨਿਹੱਥੇ ਫਿਲਿਸਤੀਨੀ ਲੋਕਾਂ ਦੇ ਕਬਜ਼ੇ ਤੇ ਇਲਾਕੇ ਤੇ ਕਬਜ਼ਾ ਕਰਕੇ ਆਪਣਾ ਦਾਅਵਾ ਕਰਦੇ ਨੇ ਤਾਂ ਉਹਨਾਂ ਨੂੰ ਗਲਤ ਮੰਨਿਆ ਜਾਂਦਾ ਹੈ, ਤੇ ਇਸ ਕਰਕੇ ਉਹਨਾਂ ਦੀ ਦਾਅਵੇਦਾਰੀ ਦੇ ਉੱਤੇ ਸਵਾਲ ਉਠਾਏ ਜਾਂਦੇ ਨੇ। ਇਜ਼ਰਾਈਲ ਦੀ ਦਾਅਵੇਦਾਰੀ ਧਰਮ ਦੇ ਆਧਾਰ ਤੇ ਆ ਤੇ ਫਲਸਤੀਨ ਦੇ ਲੋਕਾਂ ਦੀ ਦਾਅਵੇਦਾਰੀ ਉਹ ਜ਼ਮੀਨ ਦੇ ਆਧਾਰ ਤੇ ਜਾਂ ਕੌਮੇ ਦੇ ਆਧਾਰ ਤੇ ਕਿਸ ਤਰੀਕੇ ਨਾਲ ਆ? ਦਾਅਵੇਦਾਰੀ ਧਰਮ ਦੇ ਆਧਾਰ ਤੇ ਗੱਲ ਕਰੀਏ ਤਾਂ ਉਹ ਇਲਾਕਾ ਤਿੰਨੇ ਧਰਮਾਂ ਦਾ ਸਾਂਝਾ ਪਵਿੱਤਰ ਇਲਾਕਾ ਹੈ। ਉਹਦੇ ਉੱਤੇ ਤਿੰਨੇ ਧਰਮਾਂ ਦੇ ਲੋਕਾਂ ਦਾ ਬਰਾਬਰ ਦਾ ਅਧਿਕਾਰ ਹੈ। ਜੇ ਉਹ ਤਿੰਨਾਂ ਦੇ ਵਿੱਚੋਂ ਕੋਈ ਵੀ ਆਪਣਾ ਬਦਮਾ ਰੂਪ ਲੈ ਕੇ ਆਊਗਾ ਤਾਂ ਉਹਨੂੰ ਨਿਆਂਯੋਗ ਨਹੀਂ ਮੰਨਿਆ ਜਾ ਸਕਦਾ। ਰਹੀ ਗੱਲ ਫਿਲਿਸਤੀਨੀ ਦੇ ਲੋਕ, ਉਹ ਲੰਬੇ ਸਮੇਂ ਤੋਂ, ਲਾ ਲਓ ਵੀ 13ਵੀਂ ਸਦੀ ਤੋਂ ਲੈ ਕੇ ਹੁਣ 21ਵੀਂ ਸਦੀ ਆ ਗਈ, ਉਦੋਂ ਤੋਂ ਇੱਥੇ ਵਸ ਰਹੇ ਨੇ। ਉਹਨਾਂ ਦੇ ਘਰ, ਉਹਨਾਂ ਦੇ ਕਾਰੋਬਾਰ, ਉਹਨਾਂ ਦੇ ਰਿਸ਼ਤੇ, ਉਹਨਾਂ ਦਾ ਜੋ ਹੈ ਉਸ ਚੀਜ਼ ਨਾਲ ਜੁੜ ਗਿਆ, ਉਹ ਉਹਨਾਂ ਦੀ ਮਾਤਰ ਭੂਮੀ ਬਣ ਚੁੱਕੀ ਹੈ। ਤਾਂ ਉਹਨਾਂ ਨੂੰ ਉਜਾੜ ਕੇ ਉੱਥੇ ਹੀ, ਇਸ ਜਿੱਦ ਨਾਲ ਕਿ ਅਸੀਂ ਉੱਥੇ ਹੀ ਰਹਿਣਾ ਜਿੱਥੇ ਇੱਕ ਕਮਿਊਨਿਟੀ ਪਹਿਲਾਂ ਰਹਿੰਦੀ ਹੈ, ਤਾਂ ਇਹ ਕੋਈ ਨਿਆਂਯੋਗ ਗੱਲ ਨਹੀਂ ਲੱਗਦੀ। ਹੁਣ ਕਿੰਨਾ ਕੁ ਕਬਜ਼ਾ ਜਿਹੜਾ ਫਲਸਤੀਨ ਦੇ ਇਲਾਕਾ ਕਿੰਨਾ ਕੁ ਹੈ, ਇਜ਼ਰਾਈਲ ਕਿੰਨੇ ਉਸ ਖਿੱਤੇ ਦੇ ਵਿੱਚ ਕਾਬਜ਼ ਹੈ, ਤੇ ਹੁਣ ਜੰਗ ਦਾ ਅੱਗੇ ਕੀ ਲੱਗਦਾ ਇਹ ਜ਼ਰੂਰ ਦੱਸੋ ਜੀ। ਜੋ ਫਿਲਿਸਤੀਨ ਦੇ ਕੋਲੇ ਇਸ ਟਾਈਮ 22% ਦੇ ਕਰੀਬ ਇਲਾਕਾ ਹੈ, ਉਸ 22% ਦੇ ਇਲਾਕੇ ਦੇ ਵਿੱਚ ਵੀ ਦੋ ਟੋਟੇ ਕੀਤੇ ਹੋਏ ਨੇ। ਇੱਕ ਨੂੰ ਅਸੀਂ ਕਹਿੰਦੇ ਹਾਂ ਗਾਜ਼ਾ ਪੱਟੀ, ਇੱਕ ਨੂੰ ਅਸੀਂ ਕਹਿੰਦੇ ਹਾਂ ਵੈਸਟਰਨ ਬੈਂਕ। ਵੈਸਟਰਨ ਬੈਂਕ ਜੋ ਹੈ ਉਹ ਫਤਿਹ ਨਾਮ ਦੀ ਇੱਕ ਸੰਸਥਾ, ਇਹਨਾਂ ਦੀ PLO ਸੰਸਥਾ ਹੈ, ਉਹਨਾਂ ਦੇ ਅਧਿਕਾਰ ਦੇ ਵਿੱਚ ਹੈ। ਤੇ ਜੋ ਇੱਕ ਗਾਜ਼ਾ ਪੱਟੀ ਹੈ, ਇੱਕ ਬਹੁਤ ਹੀ ਛੋਟਾ ਇਲਾਕਾ ਹੈ, ਉਹਦਾ ਏਰੀਆ 350 ਸਕੁਅਰ ਮੀਟਰ ਦੇ ਬਰਾਬਰ ਹੋਣਾ। ਕਿਲੋਮੀਟਰ ਲੰਬਾ ਤੇ 25, ਮੰਨ ਲਓ ਕਿ ਚੰਡੀਗੜ੍ਹ ਟਰਾਈ ਸਿਟੀ ਜਿੰਨਾ ਕਿ ਇਲਾਕਾ ਹੈ, ਜਿਹਦੇ ਵਿੱਚ 23 ਲੱਖ ਲੋਕ ਜਿਹੜੇ ਹੈਗੇ ਨੇ ਉਹ ਰਹਿੰਦੇ ਨੇ। ਤੇ ਅੱਜ ਦੀ ਸਥਿਤੀ ਕੀ ਹੋਈ, ਉਹਨਾਂ 23 ਲੱਖ ਲੋਕਾਂ ਨੂੰ ਪਰਸੋਂ ਇੱਕ ਚੇਤਾਵਨੀ ਦਿੱਤੀ ਗਈ ਇਜ਼ਰਾਈਲ ਵੱਲੋਂ ਕਿ ਤੁਸੀਂ 24 ਘੰਟਿਆਂ ਦੇ ਵਿੱਚ, ਮਤਲਬ ਕਿ ਬੀਤੀ 14 ਅਕਤੂਬਰ ਦੇ 4 ਵਜੇ ਤੱਕ ਤੁਸੀਂ ਆਪਣਾ ਉੱਤਰੀ ਗਾਜ਼ਾ ਛੱਡ ਕੇ ਤੁਸੀਂ ਦੱਖਣੀ ਗਾਜ਼ਾ ਦੇ ਵਿੱਚ ਚਲੇ ਜਾਓ, ਉਦੋਂ ਬਾਅਦ ਅਸੀਂ ਹਮਲਾ ਸ਼ੁਰੂ ਕਰਨਾ ਹੈ ਹਮਾਸ ਦੇ ਉੱਪਰ। ਤਾਂ ਉਹ ਲੋਕ ਜਿੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ, ਜਿੱਥੇ ਸੰਚਾਰ ਦਾ ਕੋਈ ਮਾਧਿਅਮ ਨਹੀਂ, ਜਿੱਥੇ ਮੈਸੇਜ ਕਿਵੇਂ ਪਹੁੰਚੂਗਾ, ਤੇ ਉਹ ਲੋਕ 20 ਕਿਲੋਮੀਟਰ ਤੁਰ ਕੇ ਭੇਡਾਂ ਬੱਕਰੀਆਂ ਦੀ ਤਰ੍ਹਾਂ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ 23 ਲੱਖ ਲੋਕ ਕਿਵੇਂ ਫਿੱਟ ਹੋ ਜਾਣਗੇ। ਤੇ ਅੱਜ ਦੀ ਖਬਰ ਇਹ ਹੈ ਕਿ ਤੁਰੇ ਜਾਂਦੇ ਫਿਲਿਸਤੀਨੀ ਲੋਕਾਂ ਦੇ ਉੱਪਰ ਇਜ਼ਰਾਈਲ ਨੇ ਹਮਲਾ ਕਰ ਵੀ ਦਿੱਤਾ ਹੈ, ਜਦ ਕਿ UNO ਤੇ ਜੋ ਸਾਡੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹਨਾਂ ਨੇ ਕਿਹਾ ਸੀ ਵੀ ਸੰਭਵ ਹੋ ਹੀ ਨਹੀਂ ਸਕਦਾ ਵੀ 24 ਘੰਟੇ ਦੇ ਵਿੱਚ 23 ਲੱਖ ਲੋਕਾਂ ਨੂੰ ਹਿਜਰਤ ਕਰਕੇ ਪਹੁੰਚਾਇਆ ਜਾ ਸਕੇ। ਤੇ ਲੋਕਾਂ ਨੂੰ ਬੰਬ ਸਿੱਟਣ ਤੋਂ 3 ਮਿੰਟ ਪਹਿਲਾਂ ਇੱਕ ਚੇਤਾਵਨੀ ਦਿੱਤੀ ਜਾਂਦੀ ਹੈ ਕਿ 3 ਮਿੰਟਾਂ ਬਾਅਦ ਤੁਹਾਡੀ ਬਿਲਡਿੰਗ ਦੇ ਉੱਪਰ ਬੰਬ ਗਿਰੂਗਾ। ਤਾਂ ਜੋ ਉੱਪਰਲੀ ਮੰਜ਼ਿਲ ਤੇ ਕੋਈ ਬਜ਼ੁਰਗ ਨੇ, ਬੱਚੇ ਨੇ, ਗਰਭਵਤੀ ਮਹਿਲਾਵਾਂ ਨੇ, ਉਹ 3 ਮਿੰਟਾਂ ਦੇ ਵਿੱਚ ਨੀਚੇ ਕਿੱਥੋਂ ਆ ਜਾਣਗੀਆਂ, ਬਜਾਏ ਇਹਦੇ ਕਿ ਉਹ ਨੀਚੇ ਆਉਣ ਉਦੋਂ ਪਹਿਲਾਂ ਬਿਲਡਿੰਗ ਨੀਚੇ ਆ ਜਾਂਦੀ ਹੈ। ਇਹ ਉੱਥੋਂ ਦੇ ਅੱਜ ਦੇ ਹਾਲਾਤ ਨੇ। ਕੀ ਲੱਗਦਾ ਫਿਰ ਜਿਸ ਤਰੀਕੇ ਨਾਲ ਨੇਤਨਯਾਹੂ ਕਹਿ ਰਹੇ ਨੇ ਕਿ ਵੀ ਹੁਣ ਅਸੀਂ ਵੇਖਾਂਗੇ ਵੀ ਜੰਗ ਤੁਸੀਂ ਸ਼ੁਰੂ ਕੀਤੀ ਆ, ਖਤਮ ਅਸੀਂ ਕਰਾਂਗੇ, ਕੀ ਫਲਸਤੀਨੀ ਕੌਮ ਦੀ ਜਿਹੜੀ ਕੌਮੀ ਭਾਵਨਾ ਵਾ ਉਹਨੂੰ ਖਤਮ ਕਰ ਸਕਦਾ ਇਜ਼ਰਾਈਲ? ਇਸ ਦੇ ਉੱਤੇ ਜੇ ਗੱਲ ਕਰੀਏ, ਇਹ ਇਹਨਾਂ ਦਾ ਇੱਕ ਆਰਥਿਕ ਪੱਖ ਹੈ। ਪਿੱਛੇ ਜਿਹੀਆਂ ਜੋ ਘਟਨਾਵਾਂ ਹੋਈਆਂ ਨੇ, ਚਾਹੇ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਵਾਪਸ ਗਿਆ, ਚਾਹੇ ਰਸ਼ੀਆ ਯੂਕਰੇਨ ਯੁੱਧ ਨੇ ਸਾਨੂੰ ਸਾਬਿਤ ਕਰਤਾ ਵੀ ਦੁਨੀਆ ਹੁਣ ਇੱਕ ਧਰੁਵੀ ਨਹੀਂ ਰਹੀ। ਹੁਣ ਅਮਰੀਕਾ ਇੱਕ ਧਰੁਵ ਨਹੀਂ ਰਿਹਾ, ਦੁਨੀਆ ਦੇ ਵੱਖਰੇ ਵੱਖਰੇ ਦੇਸ਼ ਧਰੁਵਾਂ ਦੇ ਵਿੱਚ ਵੰਡੇ ਗਏ ਨੇ। ਤਾਂ ਇਹ ਜੋ ਲੜਾਈ ਹੈ, ਇੱਕ ਵਰਚਸਵ ਦੀ ਲੜਾਈ ਹੈ, ਇਹ ਧਰੁਵ ਦੀ ਆਪਦੀ ਸ਼ਕਤੀ ਪ੍ਰਦਰਸ਼ਨ ਦੀ ਲੜਾਈ ਹੈ। ਜਦੋਂ ਅਮਰੀਕਾ, ਇਜ਼ਰਾਈਲ ਜਾਂ ਉਹਨਾਂ ਦੇ ਧੜੇ ਨੂੰ ਲੱਗਿਆ ਕਿ ਸਾਡਾ ਜੋ ਵਰਚਸਵ ਹੈ ਉਹ ਖਤਮ ਹੋ ਰਿਹਾ ਹੈ, ਉਹਨਾਂ ਨੇ ਇਸ ਮਿਡਲ ਈਸਟ ਦੇ ਵਿੱਚ ਆਪਣੀ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਉਹ ਮਿਡਲ ਈਸਟ ਜਿਹਦੇ ਉੱਤੇ ਕਦੇ ਇਕੱਲੇ ਸਿਰਫ ਅਮਰੀਕਾ ਦਾ ਰਾਜ ਹੁੰਦਾ ਸੀ, ਅਮਰੀਕਾ ਦੇ ਅਧਿਕਾਰ ਖੇਤਰ ਹੁੰਦਾ ਸੀ, ਉੱਥੋਂ ਦੇ ਤੇਲ ਕੰਪਨੀਆਂ ਉਹਦੇ ਮੁਤਾਬਕ ਕੰਮ ਕਰਦੀਆਂ ਸੀ। ਪਿੱਛੇ ਜੇ 2 ਮਹੀਨੇ ਪਹਿਲਾਂ ਚੀਨ ਨੇ ਸਾਊਦੀ ਅਰਬ ਤੇ ਇਜ਼ਰਾਈਲ ਦੀ ਦੋਸਤੀ ਕਿਉਂ ਕਰਵਾਤੀ? ਕਿਉਂ ਜੋ ਹੈ ਅੱਜ ਚੀਨ ਵਾਲਾ ਜੋ ਧਰੁਵ ਹੈ, ਜੋ ਉਹ ਦੇਸ਼ ਨੇ, ਉਹ ਮਿਡਲ ਈਸਟ 'ਚ ਭਾਰੂ ਕਿਉਂ ਪੈ ਰਹੇ ਨੇ? ਤਾਂ ਅਮਰੀਕਾ ਤੇ ਇਜ਼ਰਾਈਲ ਨੇ ਇਕੱਠੇ ਹੋ ਕੇ ਫਿਲਿਸਤੀਨ ਦੇ ਬਹਾਨੇ ਦੇ ਨਾਲ ਇਸ ਇਲਾਕੇ 'ਚ ਦਹਿਸ਼ਤ ਜਮਾਉਣ ਦੀ ਕੋਸ਼ਿਸ਼ ਕੀਤੀ ਹੈ। ਗੱਲ ਕਰਦੇ ਹਾਂ ਇਜ਼ਰਾਈਲ ਕੀ ਫਿਲਿਸਤੀਨ ਨੂੰ ਖਤਮ ਕਰ ਪਾਊਗਾ? ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਸੀਂ ਫਿਲਿਸਤੀਨ ਨੂੰ ਖਤਮ ਕਰਕੇ ਹੀ ਸਾਹ ਲਵਾਂਗੇ। ਪਰ ਉਧਰੋਂ ਜੋ ਹਮਾਸ ਦੇ ਵਿਦਰੋਹੀ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਜ਼ਰਾਈਲ ਨੂੰ ਬਾਹਰ ਕੱਢਾਂਗੇ। ਇਸੇ ਤਰ੍ਹਾਂ ਹਮਾਸ ਦਾ ਜੋ ਖਿਆਲੀ ਇੱਕ
ਗਰੁੱਪ ਹੈ ਵਿਦਰੋਹੀਆਂ ਦਾ, ਜਿਸ ਨੂੰ ਅਸੀਂ ਹਿਬਜੁੱਲਾ ਆਖਦੇ ਹਾਂ, ਲਿਬਨਾਨ ਦੇ ਵਿੱਚ ਨੇ, ਜੋ ਫਿਲਿਸਤੀਨੀ ਜੋ ਹਜਰਤ ਕਰਕੇ ਚਲੇ ਗਏ ਸੀ, ਉੱਥੇ ਉਹਨਾਂ ਨੇ ਇੱਕ ਵੱਖਰਾ ਗਰੁੱਪ ਬਣਾਇਆ ਹੋਇਆ ਹਿਜ਼ਬੁੱਲਾ ਗਰੁੱਪ। ਉਹਨਾਂ ਨੇ ਵੀ ਪਰਸੋਂ ਚੇਤਾਵਨੀ ਦੇ ਦਿੱਤੀ ਹੈ ਵੀ ਜੇਕਰ ਇਜ਼ਰਾਈਲ ਨੇ ਇੱਕ ਵੀ ਗਾਜ਼ਾ ਪੱਟੀ ਦੇ ਉੱਪਰ ਇੰਚ ਵਧਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ 2 ਲੱਖ ਲੜਾਕੇ ਉੱਤਰ ਵੱਲੋਂ ਇਜ਼ਰਾਈਲ ਤੇ ਹਮਲਾ ਕਰਨਗੇ। ਈਰਾਨ ਤੇ ਸਾਊਦੀ ਅਰਬ ਅਤੇ ਉਸ ਦੇ ਨਾਲ ਦੇ ਜਿੰਨੇ ਮੁਸਲਿਮ ਦੇਸ਼ ਨੇ, ਚੀਨ ਅਤੇ ਰਸ਼ੀਆ ਦਾ ਗੁੱਟ ਆ ਕੇ ਫਿਲਿਸਤੀਨ ਦੇ ਹੱਕ ਦੇ ਵਿੱਚ ਖੜਾ ਹੋ ਗਿਆ ਹੈ। ਜੇ ਇਹ ਜੰਗ ਅੱਗੇ ਵਧਦੀ ਹੈ ਤਾਂ ਇਹ ਸਿਰਫ ਤੇ ਸਿਰਫ ਇਜ਼ਰਾਈਲ ਤੇ ਫਿਲਿਸਤੀਨ ਦੀ ਲੜਾਈ ਨਹੀਂ ਹੋਊਗੀ, ਇਹਦੇ ਪਿੱਛੇ 2 ਧਿਰਾਂ ਹੋਣਗੀਆਂ, ਇੱਕ ਅਮਰੀਕਾ ਦਾ ਧੜਾ ਤੇ ਇੱਕ ਬਹੁਧਰੂਵੀ ਧੜਾ, ਜਿਹਦੇ ਵਿੱਚ ਮਿਡਲ ਈਸਟ ਦੇ ਦੇਸ਼ ਵੀ ਸ਼ਾਮਲ ਨੇ, ਰਸ਼ੀਆ ਵੀ ਸ਼ਾਮਲ ਹੈ ਤੇ ਚੀਨ ਵੀ ਸ਼ਾਮਲ ਹੈ, ਤੇ ਲੜਾਈ ਲੰਬੀ ਲੰਘ ਸਕਦੀ ਹੈ। ਅਮਨ ਜੀ, ਆਪਾਂ ਕਾਫੀ ਗੱਲਾਂ ਕਰ ਲਈਆਂ, ਸਾਰੇ ਦੇਸ਼ਾਂ ਦੀ ਪੋਜੀਸ਼ਨ ਕੀ ਆ, ਇਤਿਹਾਸਕ ਪਿਛੋਕੜ ਕੀ ਆ, ਭਾਰਤ ਇਸ ਵੇਲੇ ਕੀ ਸਟੈਂਡ ਲੈ ਰਿਹਾ ਭਾਰਤ ਦਾ, ਕਿਉਂਕਿ ਪਹਿਲਾਂ ਕੁਝ ਸਟੈਂਡ ਕੁਝ ਵੱਖਰੇ ਸੀਗੇ, ਹੁਣ ਦੀ ਸਰਕਾਰ ਜਿਹੜਾ ਉਹ ਖੁੱਲ੍ਹ ਕੇ ਇਜ਼ਰਾਈਲ ਦੇ ਹੱਕ ਵਿੱਚ ਸਾਹਮਣੇ ਆਈ ਆ। ਭਾਰਤ ਦੇ ਸਟੈਂਡ ਬਾਰੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰੋ। ਬਿਲਕੁਲ ਜੀ, ਭਾਰਤ ਦੇ ਅੱਜ ਦੇ ਸਟੈਂਡ ਨਾਲੋਂ ਪਹਿਲਾਂ ਸਾਨੂੰ ਦੇਖਣਾ ਪਊਗਾ ਭਾਰਤ ਦਾ ਪਹਿਲਾਂ ਦਾ ਸਟੈਂਡ। ਜਦੋਂ 1947-48 ਦੇ ਵਿੱਚ ਇਹ 2 ਦੇਸ਼ਾਂ ਦਾ ਬਟਵਾਰਾ ਕੀਤਾ ਗਿਆ ਤਾਂ ਮੌਕੇ ਦੇ 2 ਲੀਡਰ ਮਹਾਤਮਾ ਗਾਂਧੀ ਵੱਲੋਂ ਤੇ ਨਹਿਰੂ ਵੱਲੋਂ ਆਪਣੀ ਆਪਣੀ ਸਟੇਟਮੈਂਟ ਦਿੱਤੀ ਗਈ। ਮਹਾਤਮਾ ਗਾਂਧੀ ਵੱਲੋਂ ਆਖਿਆ ਗਿਆ ਕਿ ਜਿਸ ਤਰ੍ਹਾਂ ਕਿ ਇੰਗਲੈਂਡ ਇੰਗਲਿਸ਼ ਲੋਕਾਂ ਦਾ, ਫਰਾਂਸ ਫ੍ਰੈਂਚ ਲੋਕਾਂ ਦਾ, ਫਿਲਿਸਤੀਨ ਜਿਹੜਾ ਹੈਗਾ ਉਹ ਅਰਬ ਲੋਕਾਂ ਦਾ, ਤਾਂ ਫਿਲਿਸਤੀਨ ਨੂੰ ਉਜਾੜ ਕੇ ਇਜ਼ਰਾਈਲ ਨੂੰ ਵਸਣ ਦੀ ਪਰਮਿਸ਼ਨ ਨਹੀਂ ਦੇਣੀ ਚਾਹੀਦੀ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਤੇ ਇਸੇ ਤਰ੍ਹਾਂ ਨਹਿਰੂ ਨੇ ਵੀ ਕਿਹਾ ਸੀ ਇਜ਼ਰਾਈਲ ਨੂੰ ਤੁਸੀਂ ਜਗ੍ਹਾ ਦਿਓ, ਸਾਨੂੰ ਕੋਈ ਦਿੱਕਤ ਨਹੀਂ, ਦੁਨੀਆ 'ਚ ਕਿਸੇ ਜਗ੍ਹਾ ਤੇ ਵੀ ਦੇ ਸਕਦੇ ਹੋ, ਪਰ ਇੱਕ ਦੇਸ਼ ਦਾ ਉਜਾੜਾ ਕਰਕੇ ਨਵਾਂ ਦੇਸ਼ ਬਣਾਉਣਾ ਉਹਦੇ ਵਿੱਚ ਹੱਕ 'ਚ ਅਸੀਂ ਨਹੀਂ। ਤਾਂ ਇਸੇ ਤਰ੍ਹਾਂ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਜਦੋਂ PLO ਬਣਦੀ ਹੈ, ਜਾਸ਼ੀਰ ਜੋ ਹੈ ਇਸ ਨੂੰ ਲੀਡ ਕਰਦੇ ਨੇ, ਜਾਸ਼ੀਰ ਅਰਾਫਾਤ ਜੋ ਇਸ ਨੂੰ ਲੀਡ ਕਰਦੇ ਨੇ, ਜਦੋਂ ਇਹਨਾਂ ਦੀ ਜੰਗ ਚੱਲ ਰਹੀ ਹੈ, ਜਦੋਂ ਫਿਲਿਸਤੀਨੀ ਲੋਕ ਜਿਹੜੇ ਹੈਗੇ ਨੇ ਜੇਲ੍ਹਾਂ ਦੇ ਵਿੱਚ, ਇੱਕ ਓਪਨ ਜੇਲ੍ਹ ਦੇ ਵਿੱਚ ਬੰਦ ਕੀਤੇ ਜਾਂਦੇ ਨੇ, ਉਦੋਂ ਵੀ ਇੰਦਰਾ ਗਾਂਧੀ ਨੇ PLO ਨੂੰ ਮਾਨਤਾ ਦਿੱਤੀ, ਜਾਸ਼ੀਰ ਨੂੰ ਇੱਥੇ ਇੰਡੀਆ ਦੇ ਵਿੱਚ ਬੁਲਾਇਆ ਤੇ ਸਹਿਯੋਗ ਦਾ ਜੋ ਹੈਗਾ ਉਹਨਾਂ ਨੂੰ ਵਾਅਦਾ ਕੀਤਾ ਤੇ ਇੰਡੀਆ ਦੇ ਵਿੱਚ ਫਿਲਿਸਤੀਨੀ ਅੰਬੈਸੀ ਬਣਾਈ। ਤੇ ਇਸ ਤੋਂ ਬਾਅਦ ਮਨਮੋਹਨ ਸਿੰਘ ਹੋਣ, ਭਾਵੇਂ 2007 ਦੇ ਵਿੱਚ ਸੁਸ਼ਮਾ ਸਵਰਾਜ ਹੋਣ, ਉਹਨਾਂ ਨੇ ਵੀ ਇੱਕ ਬੈਲੈਂਸ ਸਟੇਟਮੈਂਟ ਦਿੱਤੀ ਕਿ ਅਸੀਂ ਫਿਲਿਸਤੀਨ ਦੇ ਲੋਕਾਂ ਦੇ ਅਧਿਕਾਰਾਂ ਦੇ ਪੱਖ ਦੇ ਵਿੱਚ ਹਾਂ, ਅਸੀਂ ਇਜ਼ਰਾਈਲ ਦੇ ਜੋ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੇ ਉਹਦੇ ਵਿਰੋਧ ਦੇ ਵਿੱਚ ਹਾਂ। ਪਰ ਬੀਤੀ 7 ਅਕਤੂਬਰ ਨੂੰ ਜਦੋਂ 5000 ਮਿਜ਼ਾਈਲਾਂ ਹਮਾਸ ਵੱਲੋਂ ਛੱਡੀਆਂ ਜਾਂਦੀਆਂ ਨੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹਮਾਸ ਇੱਕ ਅੱਤਵਾਦੀ ਗਰੁੱਪ ਹੈ ਤੇ ਅਸੀਂ ਇਜ਼ਰਾਈਲ ਦੇ ਪੱਖ ਦੇ ਵਿੱਚ ਖੜੇ ਹਾਂ। ਤੇ ਅਗਲੇ ਦਿਨ ਕਾਂਗਰਸ ਦੀ ਜੋ ਵਰਕਿੰਗ ਕਮੇਟੀ ਹੈ ਉਹ ਆਪਣੇ ਪੁਰਾਣੇ ਇੰਡੀਆ ਵਾਲੇ ਸਟੈਂਡ ਤੇ ਖੜਦੀ ਹੈ ਕਿ ਅਸੀਂ ਫਿਲਿਸਤੀਨ ਅਤੇ ਇਜ਼ਰਾਈਲ ਦੇ ਵਿੱਚ ਸ਼ਾਂਤੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਦੋਵੇਂ ਦੇਸ਼ ਸ਼ਾਂਤੀ ਨਾਲ ਰਹਿਣ ਤੇ ਇਹ ਲੜਾਈ ਤੁਰੰਤ ਬੰਦ ਕੀਤੀ ਜਾਵੇ। ਤਾਂ ਇਸ ਗੱਲ ਦੇ ਉੱਤੇ ਟ੍ਰੋਲਿੰਗ ਕਰਦੇ ਨੇ ਅੰਧ ਭਗਤ, ਜਾਂ ਜੋ ਕਹਿ ਸਕਦੇ ਹਾਂ ਕਿ IT ਸੈੱਲ ਵਾਲੀ, ਵੀ ਜਦੋਂ ਸਾਡਾ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਫੇਵਰ 'ਚ ਖੜਾ ਹੈ, ਤੁਸੀਂ ਮੁਸਲਮਾਨਾਂ ਦੇ ਫੇਵਰ 'ਚ ਖੜ ਰਹੇ ਹੋ, ਤੁਸੀਂ ਐਂਟੀ ਇੰਟਰਨੈਸ਼ਨਲ ਇੱਕ ਕੋਰਟ ਕਰ ਰਹੇ ਹੋ। ਤੇ ਜਦ ਕਿ ਵਿਦੇਸ਼ ਮੰਤਰਾਲਾ ਇਸ ਗਲਤੀ ਨੂੰ ਸੁਧਾਰਦਾ, 7 ਅਕਤੂਬਰ ਤੋਂ 4 ਦਿਨਾਂ ਬਾਅਦ ਇੱਕ ਬੈਲੈਂਸ ਸਟੇਟਮੈਂਟ ਫੇਰ ਦਿੱਤੀ ਜਾਂਦੀ ਹੈ ਕਿ ਭਾਰਤ ਫਿਲਿਸਤੀਨ ਦੇ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੈ ਤੇ ਇਜ਼ਰਾਈਲ ਨੂੰ ਅਪੀਲ ਕਰਦਾ ਹੈ ਕਿ ਇਹ ਜੰਗਬੰਦੀ ਤੁਰੰਤ ਕੀਤੀ ਜਾਵੇ, ਲੋਕਾਂ ਦੇ ਜੋ ਹੱਕ ਨੇ ਉਹ ਬਹਾਲ ਕੀਤੇ ਜਾਣ ਤੇ ਇਹ ਲੜਾਈ ਅੱਗੇ ਨਾ ਵਧਾਈ ਜਾਵੇ। ਤਾਂ ਦੇਰ ਆਏ ਦਰੁਸਤ ਆਏ, BJP ਵੱਲੋਂ ਵੀ ਆਪਣੀ ਇਹ ਜੋ ਸਟੇਟਮੈਂਟ ਸੀ ਸੁਧਾਰੀ ਗਈ, ਪਰ ਇਸ ਗੱਲ ਦੇ ਉੱਤੇ ਉਹ ਪੱਤਰਕਾਰ ਜੋ ਕਿ ਅਖੌਤੀ ਪੱਤਰਕਾਰ ਨੇ, ਉਹ IT ਸੈੱਲ ਆਪਣੇ ਆਪ ਨੂੰ ਭੱਬਲ ਭੂਸੇ ਦੇ ਵਿੱਚ ਮਹਿਸੂਸ ਕਰ ਰਹੇ ਨੇ ਕਿ ਜਿਸ 2 ਦਿਨ ਪਹਿਲਾਂ ਜਿਸ ਮੁੱਦੇ ਤੇ ਅਸੀਂ ਟ੍ਰੋਲਿੰਗ ਕਰ ਰਹੇ ਸੀ, ਅੱਜ ਉਸ ਤੇ ਅਸੀਂ ਯੂ ਟਰਨ ਕਿਵੇਂ ਲਈਏ। ਜੀ, ਤਾਂ ਆਪਾਂ ਗੱਲਬਾਤ ਕੀਤੀ ਹੈ ਇਜ਼ਰਾਈਲ ਗਾਜ਼ਾ ਜੰਗ ਨੂੰ ਲੈ ਕੇ। ਇਜ਼ਰਾਈਲ ਤੇ ਫਲਸਤੀਨ ਦਾ ਜੋ ਇਸ਼ੂ ਹੈ ਬੜਾ ਪੁਰਾਣਾ ਇਸ਼ੂ ਹੈ, ਹੁਣ ਵੀ ਚੱਲ ਰਿਹਾ। ਹੁਣ ਜੋ ਤਾਜ਼ਾ ਸਥਿਤੀ, ਜਿਵੇਂ ਅਮਨ ਹੋਰਾਂ ਨੇ ਦੱਸਿਆ ਕਿ ਲੱਖਾਂ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਹਿਜਰਤ ਕਰਕੇ ਉਹ ਦੱਖਣੀ ਗਾਜ਼ਾ ਵੱਲ ਨੂੰ ਜਾਓ। 23 ਲੱਖ ਲੋਕ ਇੱਕ ਬਹੁਤ ਛੋਟੀ ਜਿਹੀ ਪੱਟੀ ਦੇ ਵਿੱਚ ਰਹਿੰਦੇ ਨੇ। ਇਜ਼ਰਾਈਲ ਕੋਲ ਬਹੁਤ ਤਕਨੀਕ ਹੈ ਤੇ ਦੂਸਰੇ ਪਾਸੇ ਫਲਸਤੀਨੀ ਲੋਕਾਂ ਦੇ ਵਿੱਚ ਜਿਹੜੀ ਆ ਉਹ ਕੌਮੀ ਭਾਵਨਾ ਵੀ ਕੁੱਟ-ਕੁੱਟ ਕੇ ਭਰੀ ਹੋਈ ਆ। ਪਰ ਦੁਖਾਂਤ ਬਹੁਤ ਵੱਡਾ ਹੈ, ਮਨੁੱਖਤਾ ਦਾ ਬਹੁਤ ਵੱਡਾ ਦੁਖਾਂਤ ਹੈ, ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਜਾਨਾਂ ਜਾ ਰਹੀਆਂ ਨੇ। ਪਰ ਇਹਦੇ ਪਿੱਛੇ ਜਿਹੜੀ ਪੋਲਿਟਿਕਸ ਕੰਮ ਕਰ ਰਹੀ ਹੈ, ਜਿਹੜੀ ਹਿਸਟਰੀ ਕੰਮ ਕਰ ਰਹੀ ਹੈ, ਉਹ ਆਪਣੇ ਲਈ ਸਮਝਣੀ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ ਇੱਕ ਠੀਕ ਸਿੱਟੇ ਤੇ ਪਹੁੰਚ ਸਕੀਏ। ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ। ਦੇਖਦੇ ਰਹੋ ਦੁਨੀਆ।